ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕਿਆਣਾ ਜੀ। ਅਟਰਨੀ ਟਿਰਕਿਆਣਾ ਜੀ, ਸਵਾਗਤ ਹੈ ਜੀ। ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਰਾਜਕਰਨ ਜੀ, ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503 ਦੇ ਉੱਤੇ। ਊੜਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਅੱਧੇ ਤੋਂ ਵੱਧ ਕਰਜ਼ਾ ਇਹ ਤੁਹਾਡਾ ਮਾਫ ਕਰਵਾ ਸਕਦੇ ਨੇ। ਕਾਲ 888-888-9914। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਇਮੀਗ੍ਰੇਸ਼ਨ ਦੇ ਮੁੱਦਿਆਂ ਨੂੰ ਲੈ ਕੇ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ, ਅਤੇ ਨਾਲ ਦੇ ਨਾਲ ਆਪਾਂ ਇਹ ਦੱਸਦੇ ਜਾਈਏ ਅੱਜ ਦੇ ਪ੍ਰੋਗਰਾਮ 'ਚ ਕਾਲਸ ਨਹੀਂ ਜਿਹੜੀਆਂ ਉਹ ਲਵਾਂਗੇ, ਪਰ ਜਿਹੜੇ ਆ ਇੰਪੋਰਟੈਂਟ ਇਸ਼ੂਜ਼ ਜੋ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਚੱਲ ਰਹੇ ਆ ਉਸ ਉੱਤੇ ਆਪਾਂ ਜ਼ਰੂਰ ਗੱਲਬਾਤ ਕਰਦੇ ਹਾਂ। ਟਰਨੀ ਟਿਰਕਿਆਣਾ ਜੀ, ਗੱਲਬਾਤ ਦੀ ਜਿਹੜੀ ਉਹ ਸ਼ੁਰੂਆਤ ਜੇ ਕਰਦੇ ਜਾਈਏ ਤਾਂ ਇਲੀਗਲ ਏਲੀਅਨਸ ਦੀ ਸੈਂਟੈਂਸਿੰਗ ਦੇ ਵਿੱਚ USCIS ਕਹਿੰਦੇ ਵੀ ਅਹਿਮ ਭੂਮਿਕਾ ਨਿਭਾ ਰਹੀ ਆ, ਕ੍ਰਿਟੀਕਲ ਰੋਲ ਅਦਾ ਕਰ ਰਹੀ ਆ। ਇਹ ਉਹ ਏਲੀਅਨਸ ਆ ਜਿਹੜੇ ਕਿ ਸੈਕਸ ਟ੍ਰੈਫਿਕਿੰਗ ਕਰ ਰਹੇ ਸੀ ਛੋਟੇ ਚਾਈਲਡ ਔਰਫਨਸ ਦੀ। ਹਾਂਜੀ, ਸੋ ਇਮੀਗ੍ਰੇਸ਼ਨ ਹੁਣ ਐਕਚੁਅਲੀ ਜਿਹੜਾ ਕਹਿ ਲਓ ਤੁਸੀਂ ਕਿ ਇਮੀਗ੍ਰੇਸ਼ਨ ਵਾਲੇ ਰੋਲ ਨਾਲੋਂ ਵੀ ਥੋੜਾ ਵੱਧ ਕੇ ਇੱਕ ਪਾਰਟਨਰ ਏਜੰਸੀ ਬਣ ਗਈ ਇਹਨਾਂ ਦੀ, ਕਿ ਜਿਹੜੇ ਬੰਦੇ ਹੁਣ ਭਾਵੇਂ ਪੱਕੇ ਵੀ ਆ, ਸਿਟੀਜ਼ਨ ਵੀ ਆ, ਗ੍ਰੀਨ ਕਾਰਡ ਹੋਲਡਰ ਵੀ ਆ, ਤੇ ਉਹਨਾਂ ਦੇ ਕੇਸਾਂ ਦੇ ਵਿੱਚ ਵੀ ਜਾ ਕੇ ਪਿਛਲੀਆਂ ਫਾਈਲਾਂ 'ਚ ਕੀ ਫਾਈਲ ਕੀਤਾ ਸੀਗਾ, ਕਿੱਦਾਂ ਸੀਗਾ ਇਨਫੋਰਮੇਸ਼ਨ, ਉਹ ਸਾਰੀ ਕੱਢ ਕੇ ਜਿਹੜੀ, ਤੇ ਬਾਕੀ ਸਰਕਾਰੀ ਜਿਹੜੀ ਏਜੰਸੀਆਂ ਹੈਗੀਆਂ ਉਹਨਾਂ ਨਾਲ ਕੋਲੈਬੋਰੇਸ਼ਨ ਜਿਹੜੀ ਕਰ ਰਹੀ ਆ। ਸੋ ਇਹ ਜਿਹੜੀ ਨਵੀਂ ਹੈ ਸਰਕਾਰ ਦੇ ਥੱਲੇ, ਕਿ ਪਹਿਲਾਂ ਜਿਹੜੀ ਸੀਗੀ ਇਦਾਂ ਦੀ ਕ੍ਰਾਸ ਕੋਲੈਬੋਰੇਸ਼ਨ ਨਹੀਂ ਜਿਹੜੀ ਸੀਗੀ, ਤੇ ਉਹਦੇ ਕਰਕੇ ਕਾਫੀ ਲੋਕੀ ਜਿਹੜੇ ਬਚ ਜਾਂਦੇ ਸੀਗੇ। ਤੇ ਬਾਕੀ ਤੁਸੀਂ ਦੇਖਿਆ ਵੀ ਹੋਣਾ, ਹੁਣ ਤਾਂ ਆਪਣੇ ਜਿਹੜੇ ਸੀਗੇ ਇਵਨ ਇੰਡੀਆ ਵਾਲੇ ਵੀ ਜਿਹੜੇ ਸੀਗੇ ਗੈਂਗ ਵੂੰਗ, ਉਹਨਾਂ ਦੇ ਰਿਲੇਟਡ ਵੀ ਕਿੱਡੀ ਵੱਡੀ ਖਬਰ ਜਿਹੜੀ ਸੀਗੀ, ਹਾਂਜੀ, ਕਿੱਦਾਂ ਫੜਿਆ ਉਹਨਾਂ ਨੇ। ਤੇ ਇਹ ਵਾਲੇ ਕੇਸ ਦੇ ਵਿੱਚ ਸੀਗੇ। ਸੋ ਹੁਣ ਤੁਸੀਂ ਇਹ ਤੋਂ ਹਿਸਾਬ ਕਿਤਾਬ ਲਗਾ ਸਕਦੇ ਆ ਕਿ ਕ੍ਰਿਮੀਨਲ ਵੀ ਇਹਨਾਂ ਨੇ ਕਾਫੀ ਜ਼ਿਆਦਾ ਜਿਹੜੇ ਫੜੇ ਆ, ਜਿਹੜੇ ਪਹਿਲਾਂ ਰਹਿ ਰਹੇ ਸੀਗੇ ਤੇ ਕੰਮ ਕਰ ਰਹੇ ਸੀਗੇ ਓਪਨਲੀ, ਤੇ ਕਈ ਕੇਸਾਂ ਦੇ ਵਿੱਚ ਫਰੌਤੀਆਂ ਹੋ ਗਈਆਂ, ਕਈ ਤੇ ਡਰੱਗ ਵਾਲਾ ਹੋ ਗਿਆ, ਕਈ ਕੇਸਾਂ ਦੇ ਵਿੱਚ ਸੈਕਸ ਟ੍ਰੈਫਿਕਿੰਗ ਹੋ ਗਈ। ਤੇ ਇਹ ਜਿਹੜੇ ਸੀਗੇ ਵੈਨੀਜ਼ੁਏਲਾ ਦੇ ਦੋ ਸੀਗੇ ਬੰਦੇ ਇਲੀਗਲ ਏਲੀਅਨ, ਤੇ ਇਹਨਾਂ ਨੂੰ 32 ਸਾਲ ਦੀ ਉਹਨਾਂ ਨੇ ਸਜ਼ਾ ਵੀ ਦਿੱਤੀ ਆ। ਸੈਕਸ ਟ੍ਰੈਫਿਕਿੰਗ ਸੀ, 16 ਸਾਲ ਦੀ ਕੁੜੀ ਦੀ ਇਹਨੇ ਸੈਕਸ ਟ੍ਰੈਫਿਕਿੰਗ ਕੀਤੀ ਸੀ। ਤੇ ਜਿਹੜਾ ਵਿਅਕਤੀ ਸੀਗਾ, ਇਹਦੀ ਉਮਰ ਇੱਕ ਦੀ 21 ਸਾਲ ਸੀਗੀ, ਇੱਕ ਦੀ 23 ਸਾਲ ਸੀਗੀ। ਤੁਸੀਂ ਦੇਖ ਲਓ ਕਿ ਇਹ ਸੀਗੇ ਵੀ ਯੰਗ ਜਿਹੇ ਬੰਦੇ। ਤੇ ਜ਼ਿਆਦਾਤਰ ਇਹ ਜਿਹੜੇ ਹੁਣ ਕ੍ਰਾਈਮ ਦੇ ਵਿੱਚ ਜਿਹੜੇ ਲੋਕੀ ਫੜਦੇ ਆ, ਤਕਰੀਬਨ ਤੁਸੀਂ ਫੋਟੋਆਂ ਵੀ ਸਾਰੇ ਜਣੇ ਜਦੋਂ ਦੇਖਦੇ ਆ ਤਾਂ ਸਾਰੇ ਯੰਗ ਬੰਦੇ ਜਿਹੜੇ ਹੁੰਦੇ ਆ। ਤੇ ਹੁਣ ਜਨਤਾ ਥੋੜੀ ਦੂਜੇ ਪਾਸੇ ਨੂੰ ਲੱਗ ਗਈ, ਤੁਹਾਨੂੰ ਪਤਾ ਹੀ ਆ। ਤੇ ਇਹਨੇ ਕੀ ਕੀਤਾ ਸੀਗਾ ਕਿ ਇਹਨਾਂ ਨੇ ਕੋਲੰਬੀਆ ਤੋਂ ਆਏ ਸੀਗੇ, ਕੈਂਟਕੀ ਤੇ ਫਿਰ ਸੈਨ ਐਂਟੋਨੀਓ, ਤੇ ਇਹਨਾਂ ਨੇ ਜੁਲਾਈ 2024 ਦੇ ਵਿੱਚ ਕਿਸੇ ਮਾਈਨਰ ਨੂੰ ਜਿਹੜਾ ਸੀਗਾ ਆਪਣੇ ਅੜਿੱਕੇ ਚਾੜ ਲਿਆ। ਤੇ ਫਿਰ ਸੈਨ ਐਂਟੋਨੀਓ ਦੇ ਏਰੀਏ ਦੇ ਵਿੱਚ ਜਿੱਥੇ ਮੋਟਰ ਵਗੈਰਾ ਲੈ ਕੇ ਉਹਨੂੰ ਤੇ ਪੈਸੇ ਪੂਸੇ ਲੈ ਕੇ ਉਹਨੂੰ ਅੱਗੇ ਜਿਹੜਾ ਸੀਗਾ ਸੈਕਸ ਟ੍ਰੈਫਿਕਿੰਗ ਜਿਹੜੀ ਕਰਨੀ ਸ਼ੁਰੂ ਕਰ ਦਿੱਤੀ ਕਮਰਸ਼ਲੀ। ਤੇ ਫਿਰ ਇਹਨਾਂ ਨੂੰ ਜੁਲਾਈ 2024 ਦੇ ਵਿੱਚ ਹੀ ਜਿਹੜਾ ਸੀਗਾ ਫੜ ਲਿਆ ਉਹਨਾਂ ਨੇ, ਤੇ ਇਨਵੈਸਟੀਗੇਸ਼ਨ ਵਗੈਰਾ ਜਿਹੜੀ ਚੱਲੀ। ਸੋ ਜ਼ਿਆਦਾ ਲੰਬਾ ਸਿਰ ਤਾਂ ਨਹੀਂ ਇਹ ਆਪਣਾ ਆਪਰੇਸ਼ਨ ਜਿਹੜਾ ਕਰ ਪਾਏ। ਸੋ ਇਹ ਤੋਂ ਫਿਰ ਜਿਹੜਾ USCIS ਇਨਵੋਲਵ ਹੋ ਗਈ, ਉਹਨਾਂ ਨੇ ਜਿਹੜੇ ਸਾਰੇ ਰੈਕਡ ਵਗੈਰਾ ਚੈੱਕ ਕੀਤੇ, ਕਦੋਂ ਇਹ ਆਏ ਆ, ਕਿੱਦਾਂ ਕੀ ਹਿਸਾਬ ਕਿਤਾਬ। ਜੇਲ੍ਹ ਦੇ ਜਿਹੜੇ ਕਾਲਾਂ ਹੁੰਦੀਆਂ ਉਹ ਜਿਹੜੀਆਂ ਚੈੱਕ ਕੀਤੀਆਂ ਸਾਰੀਆਂ, ਠੀਕ ਆ। ਜਿਹੜੇ ਲੋਕੀ ਹੁਣ ਇਹ ਪੁੱਛਦੇ ਆ ਕਿ ਜੇਲ੍ਹ ਦੀਆਂ ਕਾਲਾਂ ਜਿਹੜੀਆਂ ਹੁੰਦੀਆਂ ਉਹ ਚੈੱਕ ਹੁੰਦੀਆਂ ਕਿ ਨਹੀਂ ਹੁੰਦੀਆਂ, ਇਹ ਖਬਰ ਆ। ਸੋ ਉਹਨਾਂ ਨੇ ਸਾਰੀਆਂ ਕਾਲਾਂ ਦੀਆਂ ਸੁਣੀਆਂ, ਕੀ ਆ, ਕਿੱਦਾਂ, ਕਿਹਨੂੰ ਕਾਲ ਕਰਦੇ ਆ। ਤੇ ਫਿਰ ਇਹਨਾਂ ਨੇ ਅੱਗੇ ਜਿਹੜੀ ਗਾਈਡੈਂਸ ਸੀਗੀ, ਹੋਰ ਜਿਹੜੀਆਂ ਸੰਸਥਾਵਾਂ ਸੀਗੀਆਂ ਇਨਵੈਸਟੀਗੇਸ਼ਨ ਦੀਆਂ, ਉਹਨਾਂ ਨੂੰ ਨਾਲ ਕੋਲੈਬੋਰੇਟ ਕੀਤਾ। ਤੇ ਇੱਕ ਬੰਦੇ ਨੇ ਜਿਹੜਾ ਸੀਗਾ ਗਿਲਟੀ ਪਲੀ ਕਰ ਲਿਆ ਕਿ ਟ੍ਰੈਫਿਕ ਕਰਦਾ ਇਹ ਮਾਈਨਰ ਚਿਲਡਰਨ, ਤੇ ਟਰਾਂਸਪੋਰਟ ਕਰਦਾ ਉਹਨੂੰ ਗੱਡੀ ਦੇ ਵਿੱਚ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ। ਤੇ ਫਿਰ ਦੂਸਰਾ ਵਾਲਾ ਜਿਹੜਾ ਸੀਗਾ ਉਹਦੇ ਅਗੇਂਸਟ ਜਿਹੜੇ ਚਾਰਜਸ ਜਿਹੜੇ ਲੈ ਕੇ ਆਏ, ਤੇ ਸਰਕਾਰ ਜਿਹੜੀ ਕਿ ਇਹ ਬੈਨੀਫਿਟ ਕਰਦਾ ਸੈਕਸ ਟ੍ਰੈਫਿਕਿੰਗ ਤੋਂ, ਪੈਸੇ ਵੀ ਬਣਾਉਂਦਾ, ਟਰਾਂਸਪੋਰਟ ਵੀ ਉਹਨਾਂ ਨੂੰ ਕਰਦਾ। ਤੇ ਜਿਹੜੀ ਇੱਕ ਨੇ ਤਾਂ ਗਿਲਟੀ ਪਲੀ ਕਰ ਲਿਆ ਸੀਗਾ, ਦੂਜੇ ਨੂੰ ਜੂਰੀ ਨੇ ਫਿਰ ਜਿਹੜੀ ਸਜ਼ਾ ਦੇ ਦਿੱਤੀ ਸਾਰੇ ਕੰਮ। ਤੇ ਜ਼ਿਆਦਾਤਰ ਤਾਂ ਇਹਨਾਂ ਦਾ ਇਹ ਹੁੰਦਾ ਕਿ ਜਦੋਂ ਬੰਦੇ ਦੀ ਗਲਤੀ ਆ ਤੇ ਜੇ ਗਿਲਟੀ ਪਲੀ ਕਰ ਲੈਂਦਾ ਤੇ ਘੱਟ ਸਜ਼ਾ ਹੁੰਦੀ ਆ, ਤੇ ਜੇ ਨਹੀਂ ਤੇ ਫਿਰ ਜੇ ਬੰਦਾ ਜਿੱਦਾਂ ਹੁਣ ਦੂਜਾ ਵਾਲਾ ਸੀਗਾ ਉਹ ਕਹਿੰਦਾ ਮੈਂ ਕੇਸ ਫਾਈਟ ਕਰਨਾ, ਤੇ ਉਹਨੂੰ ਸਜ਼ਾ ਜ਼ਿਆਦਾ ਜਿਹੜੀ ਹੋਣੀ ਆ। ਸੋ ਜਿਹੜਾ ਡਿਸਟ੍ਰਿਕਟ ਜੱਜ ਸੀਗਾ ਉਹਨੇ 240 ਮਹੀਨਿਆਂ ਦੀ ਇਹਨੂੰ ਸਜ਼ਾ ਜਿਹੜੀ ਦਿੱਤੀ।
ਤੇ ਜਿਹੜਾ ਇੱਕ ਗਿਲਟੀ ਪਲੀ ਵਾਲਾ ਉਹਨੂੰ 150 ਮਹੀਨਿਆਂ ਦੀ ਸਜ਼ਾ ਜਿਹੜੀ ਦਿੱਤੀ, ਤੇ ਕੰਬਾਈਨ ਜਿਹੜਾ 32 ਕੁ ਸਾਲ ਦੀ ਸਜ਼ਾ ਜਿਹੜੀ ਇਹਨਾਂ ਨੂੰ ਸੁਣਾਈ ਗਈ ਹੈ। ਸੋ ਪਹਿਲਾਂ ਦੇਖ ਲਓ ਤੁਸੀਂ, ਇਹ ਬੰਦੇ ਨਹੀਂ ਫੜੇ ਜਾਂਦੇ ਸੀਗੇ, ਇੰਨਾ ਜ਼ਿਆਦਾ ਇਨਫੋਰਮੇਸ਼ਨ ਨਹੀਂ ਉੱਥੇ ਹੁੰਦੀ ਸੀਗੀ। ਤੇ ਹੁਣ ਇਹ ਸਾਰੀਆਂ ਏਜੰਸੀਆਂ ਜਿਹੜੀਆਂ ਐਕਟੀਵੇਟ ਹੋਈਆਂ, ਜਿਹੜੇ ਇਮੀਗ੍ਰੈਂਟ ਕ੍ਰਾਈਮ ਕਰਦੇ ਆ, ਤੇ ਇਹਦੇ ਵਿੱਚ ਲੋਕਾਂ ਨੂੰ, ਤੁਹਾਨੂੰ ਪਤਾ, ਕਈਆਂ ਨੂੰ ਸ਼ਾਇਦ ਵੀ ਬੜੀ ਮਿਲੀ ਹੋਈ ਸੀਗੀ ਕਿ ਕੁਛ ਨਹੀਂ ਹੋਣਾ। ਤੇ ਹੁਣ ਤੁਸੀਂ ਦੇਖ ਲਓ ਕਿ ਇੱਕ ਵਾਲਾ ਦਿਨ ਇੱਕ ਆਲਾ ਦਿਨ, ਐਂਡ ਆਫ ਦਾ ਡੇ ਜਿਹੜਾ ਸੀਗਾ, ਸਰਕਾਰ ਜਦੋਂ ਸਾਫ਼ ਕਰਨ ਤੇ ਆਵੇ ਤਾਂ ਫਿਰ ਫਟਾਫਟ ਜਿਹੜਾ ਕਰ ਹੀ ਦਿੰਦੀ ਹੈ। ਜੀ, ਅਟਾਰਨੀ ਟੈਕਨਾ ਜੀ, ਜਿੱਦਾਂ ਤੁਸੀਂ ਇਹ ਗੱਲ ਇਸ ਦੇ ਵਿੱਚ ਜ਼ਿਕਰ ਕੀਤਾ ਵੀ ਇਹ ਹੁਣ ਗੱਲਾਂ ਸੁਣਦੇ ਆ, ਉਹ ਕਰਦੇ ਆ, ਜਿਹੜੇ ਤੁਸੀਂ ਇੰਡੀਅਨ ਗੈਂਗਸ ਵਾਲੀ ਵੀ ਵਿੱਚ ਗੱਲ ਕੀਤੀ, ਉਹਦੇ ਵਿੱਚ ਵੀ ਇਹ ਗੱਲਾਂ ਸੀਗੀਆਂ ਵੀ ਫਰੋਤੀਆਂ ਆਈਸ ਦੀ ਡਿਟੈਂਸ਼ਨ 'ਚੋਂ ਬੈਠੇ ਹੀ ਮੰਗੀ ਜਾ ਰਹੇ ਸੀਗੇ, ਉੱਥੋਂ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾਲ ਦੇ ਨਾਲ ਚੱਲ ਰਹੀਆਂ ਸੀਗੀਆਂ। ਇਹ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਜਿਹੜੇ ਹੁਣ ਇੰਡੀਅਨ ਗੈਂਗਸ ਦੀ ਇਹ ਜਿਹੜੀ ਚੀਜ਼ ਸਾਹਮਣੇ ਆਈ ਆ ਵੀ ਇਹ ਕਿਡਨੈਪਿੰਗਸ, ਐਕਸਟੋਰਸ਼ਨਸ, ਇਹ ਉਹ ਕਰਦੇ ਸੀ, ਜਿਹੜੇ ਬਹੁਤ ਸਾਰੇ ਕੇਸ ਆ, ਜਿਹੜੇ ਬਹੁਤ ਸਾਰੇ ਲੋਕ ਆ, ਉਹ ਇਹਨਾਂ ਦੇ ਵੀ ਪੀੜਤ ਆ, ਕਿ ਉਹਨਾਂ ਦੇ ਕੇਸਾਂ ਦੇ ਉੱਤੇ ਇਹ ਸਾਰੀ ਖਬਰ ਦਾ ਬਦਲੇ ਹੋਏ ਹਾਲਾਤਾਂ ਦਾ ਵੀ ਅਸਰ ਪੈਂਦਾ ਹੈ? ਡਿਪੈਂਡ ਕਰਦਾ ਜਿਹੜਾ ਵਾਕਈ ਪੀੜਤ ਹੈਗਾ, ਮਤਲਬ ਕੇਸ ਟੂ ਕੇਸ ਡਿਪੈਂਡ ਕਰਦਾ। ਜਿਹਨਾਂ ਨੂੰ ਮਤਲਬ ਹੁਣ ਮੇਰੇ ਖਿਆਲ ਤੁਸੀਂ ਸਾਲਮ ਕੇਸ ਦੀ ਗੱਲ ਕਰ ਰਹੇ ਹੋ ਨਾ? ਹਾਂਜੀ ਜੀ ਜੀ। ਹਾਂਜੀ, ਡਿਪੈਂਡ ਕਰਦਾ ਕਿ ਕਿਸੇ ਦਾ ਹੁਣ ਪੋਲੀਟੀਕਲ ਕੇਸ ਹੁੰਦਾ, ਕਿਸੇ ਦਾ ਫੈਮਿਲੀ ਜਿਹੜਾ ਤੁਸੀਂ ਕਹਿ ਲਓ ਕਿ PSG ਆ, ਉੱਦਾਂ ਦੇ ਕੇਸ ਹੁੰਦੇ ਆ, ਕਿਸੇ ਦਾ ਕਨਵਰਜਨ ਦਾ ਕੇਸ ਹੁੰਦਾ, ਕਿਸੇ ਦਾ ਰਿਲੀਜੀਅਸ ਪੋਲੀਟੀਕਲ ਸਾਰੇ ਹੁੰਦੇ ਆ। ਸੋ ਡਿਪੈਂਡ ਕਰਦਾ ਕਿ ਬੰਦੇ ਦੇ ਹੁਣ ਕੇਸ ਦੇ ਵਿੱਚ ਇਹ ਕਿੱਦਾਂ ਇਫੈਕਟ ਕਰਦਾ ਉਹਨੂੰ, ਕਿ ਜੇ ਪਰ ਹਾਂਜੀ, ਜੇ ਕਿਸੇ ਨੂੰ ਧਮਕੀ ਸ਼ਮਕੀ ਆਈ ਆ ਤਾਂ ਉਹ ਬਿਲਕੁਲ ਉਹ ਚੀਜ਼ ਆਪਣੀ ਜਿਹੜੀ ਸਾਹਮਣੇ ਰੱਖ ਸਕਦਾ। ਓਕੇ, ਠੀਕ ਹੈ ਜੀ। ਤੇ ਅਟਾਰਨੀ ਟੈਕਨਾ ਜੀ, ਅੱਗੇ ਆਪਾਂ ਗੱਲ ਕਰਦੇ ਜਾਈਏ, ਵੀਜ਼ਾ ਫਰਾਡ ਤੇ ਕੌਨਸਪੀਰੇਸੀ ਦੇ ਕੇਸ ਦੇ ਵਿੱਚ ਵੀ ਕਈ ਲੋਕਾਂ ਨੂੰ ਹੁਣ ਸਜ਼ਾ ਜਿਹੜੀ ਉਹ ਸੁਣਾਈ ਗਈ ਆ, ਸੈਂਟੈਂਸ ਹੋਏ ਆ। ਸੋ ਇਹ ਕੇਸ ਤੁਸੀਂ ਸਾਰੇ ਜਾਣੇ ਧਿਆਨ ਨਾਲ ਸੁਣਿਆ, ਕਿਉਂਕਿ ਇਹ ਆਪਣੀ ਕਮਿਊਨਿਟੀ ਨਾਲ ਕਾਫੀ ਸੰਬੰਧ ਜਿਹੜਾ ਰੱਖਦਾ ਇਹ ਵਾਲਾ ਕੇਸ। ਤੋ ਇਹ 2 ਜਣਿਆਂ ਦਾ ਕੇਸ, ਉਹਨਾਂ ਨੇ ਫਰਾਡ ਵਿਆਹ ਕਰਾਇਆ ਸੀਗਾ ਜਿਹੜਾ, ਤੇ ਐਕਚੁਅਲੀ ਗ੍ਰੀਨ ਕਾਰਡ ਵੀ ਲੈ ਲਿਆ ਸੀਗਾ। ਸੋ ਆਪਾਂ ਉਹਨਾਂ ਦੀ ਨਹੀਂ ਗੱਲ ਕਰ ਰਹੇ ਜਿਹਨਾਂ ਨੇ ਅਜੇ ਗ੍ਰੀਨ ਕਾਰਡ ਲੈਣੇ ਆ। ਕਈ ਵਾਰੀ ਉਹ ਵੀ ਬੰਦੇ ਬੜੇ ਦਲੇਰ ਹੋਏ ਹੁੰਦੇ, ਇਵਨ ਮਤਲਬ ਸਰਕਾਰ ਉਹ ਕਰਦੀ ਹੈ ਤਾਂ ਵੀ ਜਿਹੜਾ ਸੀਗਾ ਉਹ ਫਰਾਡ ਜਿਹੜਾ ਸੀਗਾ ਕਾਫੀ ਹਾਈ ਲੈਵਲ ਤੇ ਜਿਹੜਾ ਅਜੇ ਵੀ ਚੱਲਦਾ ਵਾ। ਤੇ ਇਸ ਕੇਸ ਦੇ ਵਿੱਚ ਕੀ ਸੀਗਾ ਕਿ ਜੰਗ ਹੁਨ ਸੌਂਗ ਇੱਕ ਵਿਅਕਤੀ ਸੀਗਾ, ਤੇ ਬੋਨੀ ਕਰਕੇ ਇੱਕ ਕੁੜੀ ਸੀ। ਇਹਨਾਂ ਨੇ ਫੇਕ ਮੈਰਿਜ ਕੀਤੀ ਕਿ ਗ੍ਰੀਨ ਕਾਰਡ ਕਰਨਾ। ਸੌਂਗ ਦੀ ਉਮਰ ਜਿਹੜੀ ਸੀਗੀ 50 ਸਾਲ ਦਾ ਜਿਹੜਾ ਵਿਅਕਤੀ ਸੀਗਾ, ਕੋਰੀਆ ਦਾ ਸੀਗਾ, ਤੇ ਇਹਨੂੰ 1 ਸਾਲ ਦੀ ਸਜ਼ਾ ਹੋਈ ਪ੍ਰੋਬੇਸ਼ਨ, ਤੇ ਇਹਨੇ ਗਿਲਟੀ ਪਲੀ ਕੀਤਾ ਵੀਜ਼ਾ ਫਰਾਡ ਦਾ। ਸੇਮ ਥਿੰਗ ਜਦੋਂ ਫੜਦੇ ਆ ਤੇ ਸਾਰੇ ਹਿਸਾਬ ਕਿਤਾਬ ਨਾਲ ਜਿਹੜਾ ਜਾਂਦੇ ਆ, ਤੇ ਜਿਹੜਾ ਲੋਕਾਂ ਨੂੰ ਭੁਲੇਖਾ ਹੁੰਦਾ ਕਿ ਨਹੀਂ ਕੇਸ ਪਤਾ ਨਹੀਂ ਫਾਈਟ ਹੋ ਜਾਣਾ ਜਾਂ ਇੱਦਾਂ, ਤੇ ਇਹਨੂੰ $500 ਦਾ ਜੁਰਮਾਨਾ ਹੋਇਆ, $100 ਹੋਰ ਇਹਨੂੰ ਅਸੈਸਮੈਂਟ ਫੀਸ ਇਹਨਾਂ ਨੇ ਲਗਾਈ। ਤੇ ਜਿਹੜੀ ਕੁੜੀ ਸੀਗੀ ਉਹ 50 ਸਾਲ ਦੀ ਸੀਗੀ, ਗੁਆਮ ਤੋਂ, ਤੇ ਉਹਨੂੰ ਵੀ 6 ਮਹੀਨੇ ਦੀ ਸਜ਼ਾ ਪ੍ਰੋਬੇਸ਼ਨ ਨਾਲ, ਤੇ 500 ਦਾ ਫਾਈਨ, 100 ਦੀ ਜਿਹੜੀ ਸਪੈਸ਼ਲ ਫੀਸ ਜਿਹੜੀ ਅਸੈਸ ਕੀਤੀ। ਇਹਨੇ ਜਿਹੜਾ ਸੀਗਾ ਗਿਲਟੀ ਪਲੀ ਕੀਤਾ ਇਹਨੇ ਵੀ ਕਿ ਕੰਸਪੀਰੇਸੀ ਟੂ ਕਮਿਟ ਇਲੀਗਲ ਐਂਟਰੀ ਬਾਈ ਫਾਲਸ ਔਰ ਮਿਸਲੀਡਿੰਗ ਰੈਪਰੈਜ਼ੈਂਟੇਸ਼ਨ। ਤੇ USCIS ਦਾ ਕਾਫੀ ਵੱਡਾ ਇਹਦੇ ਵਿੱਚ ਹੱਥ ਸੀਗਾ, ਕਿਉਂਕਿ ਉਹਨਾਂ ਨੇ ਜਿਹੜਾ ਸੀਗਾ ਬੈਕ ਡੇਟਡ ਜਾ ਕੇ ਇਹਨਾਂ ਦੀਆਂ ਫਾਈਲਾਂ ਜਿਹੜੀਆਂ ਖੋਲੀਆਂ। ਇਹ ਜਿਹੜੀ ਕੰਸਪੀਰੇਸੀ ਇਹਨਾਂ ਨੇ ਕੀਤੀ ਸੀ 2008 ਦੇ ਵਿੱਚ ਇਹਨਾਂ ਨੇ ਸ਼ੁਰੂ ਕੀਤਾ ਸੀਗਾ। ਵਿਆਹ ਇਹਨਾਂ ਨੇ ਕਰਾਇਆ ਸੀਗਾ 2011 ਦੇ ਵਿੱਚ, ਫਿਰ ਇਹਨਾਂ ਨੇ ਵਿਆਹ ਵਾਲੀ ਪਟੀਸ਼ਨ ਜਿਹੜੀ 2011 ਚ ਪਾਈ ਸੀਗੀ, ਤੇ ਉਹ ਵਾਲੇ ਕੇਸ ਵੀ ਜਾ ਕੇ ਇਹ ਖੋਲ ਰਹੇ। ਸੋ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਸੀਗੀ ਕਿ ਇਹ ਇਕੱਠੇ ਰਹਿੰਦੇ ਆ। ਅੱਛਾ, ਗ੍ਰੀਨ ਕਾਰਡ ਜਿਹੜਾ ਆ ਗਿਆ, ਉਹਨਾਂ ਇਹ ਸਾਰਾ ਕੁਝ ਜਿਹੜਾ ਤੁਸੀਂ ਕਹ ਲਓ ਇੱਕ ਤਰ੍ਹਾਂ ਇਹਨਾਂ ਦਾ ਸੈੱਟ ਹੋ ਗਿਆ ਸੀਗਾ। 2012 ਦੇ ਵਿੱਚ ਗ੍ਰੀਨ ਕਾਰਡ ਜਿਹੜਾ ਆ ਗਿਆ ਸੀਗਾ। ਠੀਕ ਹੈ। ਇਹਨਾਂ ਨੇ ਜਿਹੜਾ ਸੀਗਾ ਈਵਨ ਜਿਹੜਾ ਪਰਮਾਨੈਂਟ ਗ੍ਰੀਨ ਕਾਰਡ 751 ਜਿਹਨੂੰ ਕਹਿੰਦੇ ਆ ਰਿਮੂਵਲ ਆਫ ਕੰਡੀਸ਼ਨ, ਉਹ 2014 ਚ ਅਪਲਾਈ ਕਰਤਾ ਸੀਗਾ, ਜਿਹੜਾ ਹਟ ਗਿਆ ਸੀਗਾ। ਤੇ ਬੇਸਿਕਲੀ ਇਹ ਕਹਿੰਦੇ ਸੀਗੇ ਇਕੱਠੇ ਰਹਿੰਦੇ ਆ, ਇਕੱਠੇ ਕਦੀ ਇਹ ਰਹਿੰਦੇ ਨਹੀਂ ਸੀਗੇ। ਤੇ ਤੁਸੀਂ ਇਸ ਚੀਜ਼ ਤੋਂ ਆਪ ਹੀ ਹਿਸਾਬ ਕਿਤਾਬ ਲਾ ਸਕਦੇ ਆ ਕਿ ਜੇ 2008 ਵਾਲਾ ਬੰਦਾ ਜਿਹੜਾ 2012 ਚ ਇਹਨੂੰ ਗ੍ਰੀਨ ਕਾਰਡ ਆਇਆ ਹੋਇਆ, ਉਹਨੂੰ ਬੈਕ ਡੇਟਡ ਜਾ ਕੇ ਉਹ ਖੋਲ ਰਹੇ ਆ, ਇਹਨਾਂ ਨੇ ਵੀਜ਼ਾ ਫਰਾਡ ਕੀਤਾ ਹੈਗਾ। ਤੇ ਤੁਸੀਂ ਆਪ ਹਿਸਾਬ ਲਾ ਸਕਦੇ ਕਿ ਜਿਹੜੇ ਆਨਗੋਇੰਗ ਕੇਸ ਹੈਗੇ ਆ, ਜਾਂ ਜਿਹੜੇ ਕਈ ਸੋਚਦੇ ਆ ਕਿ ਇਸ ਚੀਜ਼ ਵੱਲ ਇਸ ਪਾਸੇ ਨੂੰ ਜਾਣਾ ਵਾ, ਤੁਸੀਂ ਆਪ ਸਮਝਦਾਰ। ਸੋ ਕਈਆਂ ਨੂੰ ਜਿਹੜਾ ਸੀਗਾ ਰੇਡੀਓ ਰਾਹੀਂ ਸਲਾਹ ਵੀ ਦਿੱਤੀ ਆ। ਕਈ ਲੋਕਾਂ ਨੇ ਕਿਹਾ ਵੀ ਆ ਕਿ ਉਹ ਜੇ ਕੋਈ ਉਹਨਾਂ ਦਾ ਜਾਣਕਾਰ ਸੀਗਾ, ਉਹਨਾਂ ਨੇ ਕਾਫੀ ਲੋਕਾਂ ਨੂੰ ਹਟਾਇਆ ਵੀ ਹੈਗਾ, ਉਹਨੇ ਪਾਸੇ ਜਿਹੜਾ ਨਾ ਜਾਇਆ ਕਰੋ। ਤੇ ਭਾਵੇਂ ਡੈਸਪਰੇਟ, ਕਿਉਂਕਿ ਹੁਣ ਕੀ ਸੀਗਾ ਕਿ ਹੁਣ ਗੱਲ ਸਿਰਫ ਉੱਥੇ ਨਹੀਂ ਰਹੀ ਕਿ ਗ੍ਰੀਨ ਕਾਰਡ ਇਹਨਾਂ ਨੇ ਉਹ ਕਰ ਦੇਣਾ, ਹੁਣ ਜੇਲ੍ਹ ਤੱਕ ਜਿਹੜੀ ਗੱਲ ਜਿਹੜੀ ਪਹੁੰਚ ਗਈ ਹੈ। ਤੇ ਕਈ ਲੋਕਾਂ ਦਾ ਹੁਣ ਜ਼ਿਆਦਾਤਰ ਸਿਨੈਰੀਓ ਇੱਦਾਂ ਸੀਗਾ ਕਿ ਉਹਨਾਂ ਨੇ ਜਿਹੜਾ ਆਪ ਗ੍ਰੀਨ ਕਾਰਡ ਕਰਕੇ ਜਿਹੜਾ ਗ੍ਰੀਨ ਕਾਰਡ ਲਿਆ ਹੁੰਦਾ ਉਹ ਨਕਲੀ ਵਿਆਹ ਕਰਕੇ ਲਿਆ ਹੁੰਦਾ,
ਹੁਣ ਪ੍ਰੋਬਲਮ ਇਹ ਹੈ ਬਾਅਦ ਚੋਂ ਪੱਕੇ ਹੋ ਜਾਂਦੇ ਆ, ਫਿਰ ਉਹਨਾਂ ਨੇ ਆਪਣੇ ਘਰ ਦੇ ਬੁਲਾਣੇ ਆ ਜਾਂ ਦੁਬਾਰਾ ਵਿਆਹ ਹਾਂਜੀ। ਕਰਾਉਣਾ, ਨਵੀਂ ਘਰ ਵਾਲੀ ਬੁਲਾਣੀ ਹੈ। ਉਹ ਵਾਲੇ ਮੌਕੇ ਤੇ ਵੀ ਜਿਹੜਾ ਸੀਗਾ ਉਹਨੂੰ ਕਾਫੀ ਫੜਫੜਈਆ ਜਿਹੜਾ ਹੈਗਾ, ਕਾਫੀ ਲੋਕਾਂ ਨੂੰ ਉੱਥੇ ਵੀ ਜਿਹੜਾ ਫੜਦੇ ਆ। ਹੂੰ ਤੇ ਨਵੇਂ ਜਿਹੜਾ ਵਿਆਹ ਉਹਨਾਂ ਦਾ ਅਸਲੀ ਵਿਆਹ, ਉਹਦੇ ਵਿੱਚ ਮੁੱਦੇ ਛੇੜਦੇ ਆ ਪੁਰਾਣੇ ਨਕਲੀ ਵਿਆਹ ਵਾਲੇ। ਸੋ ਬੰਦਾ ਫਿਰ ਚੰਗਾ ਜਿਹੜਾ ਫਸਦਾ। ਹੁਣ ਜਿਹੜੀ ਰੀਅਲ ਵਾਈਫ ਆ ਉਹਨੂੰ ਉਹ ਪੱਕਾ ਕਰਾ ਨਹੀਂ ਸਕਦਾ, ਕਿਉਂਕਿ ਪੁਰਾਣੀ ਜਿਹੜੀ ਮੈਰਿਜ ਵਾਲੀ ਜਿਹੜੀ ਬਾਰ ਹੁੰਦੀ ਆ। ਸੋ ਇਸ ਚੀਜ਼ 'ਚ ਕਾਫੀ ਲੋਕੀ ਜਿਹੜੇ ਆਏ ਆ। ਸੋ ਬੈਕ ਡੇਟਡ ਜਾ ਕੇ ਇਹ 2008 ਦਾ ਜਿੱਦਾਂ ਇਹ ਕੇਸ ਸੀਗਾ, ਤੇ ਇਹ ਬੰਦੇ ਦਾ ਜਿਹੜਾ ਖੋਲਿਆ ਸੀਗਾ। ਤੇ ਖਬਰ ਦੱਸਣ ਦਾ ਮਕਸਦ ਵੀ ਇਹੀ ਹੈ ਕਿ ਤੁਹਾਨੂੰ ਇਹ ਤੋਂ ਜਾਣਕਾਰੀ ਜਿਹੜੀ ਮਿਲ ਜਾਵੇ ਕਿ ਰਿਐਲਿਟੀ ਦੇ ਵਿੱਚ ਕੀ ਜਿਹੜਾ ਚੱਲ ਰਿਹਾ ਇਮੀਗ੍ਰੇਸ਼ਨ ਦੇ ਵਿੱਚ। ਜੀ। ਸੋ ਇਹ ਮਤਲਬ ਇਕੱਠੇ ਨਹੀਂ ਕਦੀ ਰਹੇ, ਪਰ ਸਰਕਾਰ ਨੂੰ ਬੇਸਿਕਲੀ ਧੋਖਾ ਜਿਹੜਾ ਉਹ ਦਿੱਤਾ। ਉਹ ਬੀਬੀ ਨੇ ਇਸ ਨੂੰ ਗ੍ਰੀਨ ਕਾਰਡ ਜਿਹੜਾ ਦਵਾ ਤਾਂ ਦਿੱਤਾ, ਬਟ ਉਹ ਚੀਜ਼ ਫਿਰ ਹੁਣ ਸਾਹਮਣੇ ਜਿਹੜੀ ਉਹ ਆ ਗਈ। ਸੋ ਇਹਦੇ ਵਿੱਚ ਇਹਨਾਂ ਨੂੰ ਪਤਾ ਫਿਰ ਇਵੈਂਚੁਅਲੀ ਕਿੱਦਾਂ ਲੱਗਾ? ਇਹਨਾਂ ਨੇ ਫਿਰ ਪੁਰਾਣੀਆਂ ਸਟੇਟਮੈਂਟਸ ਦੇਖ ਲਈਆਂ ਹੋਣਗੀਆਂ, ਜਾਂ ਕਿੱਥੇ ਕਿੱਥੇ ਅੱਜ ਕੱਲ੍ਹ ਤਾਂ ਹੁਣ ਫਿਰ AI ਦੇ ਨਾਲ ਫਿਰ ਸੌਖਾ ਹੋ ਜਾਂਦਾ ਹੈ ਇਹ ਚੀਜ਼ਾਂ ਟਰੈਕ ਕਰਦੀਆਂ। ਹਾਂਜੀ, ਤੁਸੀਂ ਕੇਸ ਫਾਈਲ ਸਾਰੀ ਰਨ ਕਰ ਸਕਦੇ ਹੋ ਕਿ ਕੀ ਡਿਸਕ੍ਰਿਪੈਂਸੀ ਹੈਗੀ ਆ, ਤੁਹਾਨੂੰ ਦੇ ਦੂਗੀ ਇਨਫੋਰਮੇਸ਼ਨ। ਸੋ ਹੁਣ ਜਿਹੜੇ ਫਰਾਡ ਡਿਟੈਕਸ਼ਨ ਈਜ਼ੀ ਹੋ ਗਿਆ, ਬਹੁਤ ਕਾਫੀ ਈਜ਼ੀ ਹੋ ਗਿਆ। ਹਾਂਜੀ। ਨਾਲੇ ਦੂਸਰੀ ਗੱਲ ਇਹ ਹੈ ਕਿ ਜਦੋਂ ਉਹ ਜਾਂਦੇ ਆ ਦੂਜੇ ਕੋ, ਸਿਟੀਜ਼ਨ ਵਿਅਕਤੀ ਕੋ, ਉਹਨੇ ਸਿੱਧੇ ਮੁੱਕਰ ਜਾਣਾ ਕਿ ਇਹ ਆਪਾਂ ਰਹਿੰਦੇ ਨਹੀਂ ਸੀਗੇ। ਉਹ ਕਿਉਂ ਕਿਸੇ ਲਈ ਸਟੈਂਡ ਲਊਗਾ? ਉਹਦਾ ਜਿਹਨੇ ਪੈਸੇ ਪੂਸੇ ਦਿੱਤੇ ਹੋਣੇ 2008 'ਚ, ਉਹਦਾ ਖਾ ਪੀ ਕੇ ਉੱਥੇ ਬੱਸ ਹੋ ਗਈ ਹੋਣੀ। ਤੇ ਜਿਹੜੇ ਹੁਣ 2026 'ਚ ਜਦੋਂ ਕਿਸੇ ਦੇ ਵੀ ਹੁਣ ਵਰਦੀ ਵਾਲੇ ਬੰਦੇ ਜਦੋਂ ਘਰੇ ਆਉਂਦੇ ਆ, FBI UBI, ਤੇ ਆਪੇ ਬੰਦਾ ਕਹਿ ਦਿੰਦਾ ਕਿ ਨਹੀਂ ਇਹ ਫਰਾਡ ਸੀਗਾ ਸਰ। ਠੀਕ ਹੈ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਇੱਕ ਹੋਰ ਬੰਦਾ ਵੀਜ਼ਾ ਫਰਾਡ ਦੇ ਮਾਮਲੇ ਦੇ ਵਿੱਚ ਇਸ ਨੂੰ 1 ਸਾਲ ਦੀ ਜਿਹੜੀ ਡਿਟੈਂਸ਼ਨ ਦਿੱਤੀ ਹੈ, ਹੋਮ ਡਿਟੈਂਸ਼ਨ। ਹਾਂਜੀ। ਸੋ ਕਾਮਨਵੈਲਥ ਆਫ ਨਾਰਦਰਨ ਮਰਿਆਨਾ ਜਿਹੜੇ ਆਈਲੈਂਡਸ ਹੈਗੇ ਆ, ਉਹਦੇ ਵਿੱਚ ਇੱਕ ਸਪੈਸ਼ਲ ਵੀਜ਼ਾ ਹੁੰਦਾ ਸੀਗਾ ਵਰਕਰ ਵੀਜ਼ਾ ਦਾ, ਸਿਰਫ ਉਹ ਆਈਲੈਂਡ ਨੂੰ ਜਿਹੜੇ ਸੀਗੇ ਯੂਨੀਕ ਹੈ ਨਾ। ਤੇ ਉਹ ਵੀ ਜਿਹੜਾ ਸੀਗਾ US ਗਵਰਨਮੈਂਟ ਦੇ ਥੱਲੇ ਜਿਹੜੇ ਆਉਂਦੇ ਆ। ਸੋ ਇਹਨੇ 6 ਬੰਦੇ ਮੰਗਾਏ ਸੀਗੇ ਫਿਲੀਪੀਨ ਤੋਂ, ਤੇ ਉਹ ਤੋਂ ਜਿਹੜਾ ਧੱਕੇ ਨਾਲ ਕੰਮ ਜਿਹੜਾ ਕਰਾ ਰਿਹਾ ਸੀਗਾ। ਸੋ ਇਹਦੇ ਬਾਰੇ ਆਪਾਂ ਕਾਫੀ ਵਾਰੀ ਪਹਿਲਾਂ ਵੀ ਕਵਰ ਕੀਤਾ ਕਿ ਜੇ ਕਿਸੇ ਨਾਲ ਧੱਕੇ ਨਾਲ ਜਿੱਦਾਂ ਕੰਮ ਕਰਾਇਆ ਗਿਆ ਓਵਰ ਟਾਈਮ, ਤੇ ਇਹਨਾਂ ਨੂੰ ਜਿਹੜਾ ਰੱਖਿਆ ਸੀਗਾ ਉਹ ਵਧੀਆ ਹਾਲਾਤਾਂ 'ਚ ਨਹੀਂ ਸੀਗੇ, ਜਿੱਥੇ ਰਹਿਣ ਸਹਿਣ ਇਹਨਾਂ ਦੀ ਜਿਹੜੀ ਸੀਗੀ। ਸੋ ਜਿਹੜਾ ਵਿਅਕਤੀ ਜਿਹੜਾ ਸੀਗਾ 82 ਸਾਲ ਦੀ ਉਮਰ ਸੀਗੀ, ਉਹਨੂੰ 1 ਸਾਲ ਦੀ ਸਜ਼ਾ ਜਿਹੜੀ ਹੋਮ ਡਿਟੈਂਸ਼ਨ ਇਹਨੂੰ ਹੋਈ ਆ ਵੀਜ਼ਾ ਫਰਾਡ ਦੇ ਕਰਕੇ। ਤੇ 3 ਸਾਲ ਦੀ ਪ੍ਰੋਬੇਸ਼ਨ ਆ, 15,000 ਦਾ ਫਾਈਨ ਆ, 300 ਸਪੈਸ਼ਲ ਅਸੈਸਮੈਂਟ ਫੀ ਆ, 28,000 ਇਹਨੇ ਲੋਕਾਂ ਨੂੰ ਜਿਹੜਾ ਵਾਪਸ ਦੇਣਾ ਜਿਹੜਾ ਪੈਸਾ ਇਹਨੇ ਮਾਰਿਆ ਸੀਗਾ। ਤੇ USCIS ਦਾ ਇਹਦੇ ਵਿੱਚ ਕਾਫੀ ਵੱਡਾ ਜਿਹੜਾ ਹੱਥ ਸੀਗਾ ਫੈਡਰਲ ਲਾਅ ਇਨਫੋਰਸਮੈਂਟ ਆਫਿਸਰਸ ਦੇ ਨਾਲ ਕੋਲੈਬੋਰੇਟ ਕਰਕੇ USCIS ਦੀ ਫਰਾਡ ਡਿਵੀਜ਼ਨ ਨੇ, ਤੇ ਨੈਸ਼ਨਲ ਸਿਕਿਉਰਿਟੀ ਡਾਇਰੈਕਟੋਰੇਟ ਨੇ, ਤੇ ਇਮੀਗ੍ਰੇਸ਼ਨ ਅਫਸਰਾਂ ਦੇ ਨਾਲ ਜਿਹੜੀਆਂ ਇਹਦੀਆਂ ਕੰਪਨੀਆਂ ਸੀਗੀਆਂ 2, ਉਹਨਾਂ ਨੂੰ ਇਨਵੈਸਟੀਗੇਟ ਕੀਤਾ। ਉੱਥੋਂ ਦੀ ਪਤਾ ਲੱਗਿਆ ਕਿ ਇਹ ਉਹਨਾਂ ਨੂੰ ਧੱਕੇ ਨਾਲ ਜਿਹੜਾ ਕੰਮ ਕਰਾਉਂਦਾ ਸੀਗਾ, ਪੈਸੇ ਪੂਸੇ ਨਹੀਂ ਦਿੰਦਾ ਸੀਗਾ, ਵੇਜ ਦੀ, ਵਰਕ ਆਵਰਸ ਦੀ, ਕੰਪਨਸੇਸ਼ਨ ਦੀ, ਜੌਬ ਡਿਊਟੀਜ਼ ਦੀ, ਉਹ ਸਾਰੇ ਜਿਹੜੇ ਮੁੱਦੇ ਜਿਹੜੇ ਸੀਗੇ। ਤੇ ਜਿਹੜਾ ਵੀਜ਼ਾ ਇਹਨੇ ਫਾਈਲ ਕੀਤਾ ਸੀਗਾ CW1, ਜਿਹੜਾ ਇਸ CNMI ਜਿਹੜਾ ਟ੍ਰਾਂਜ਼ਿਸ਼ਨਲ ਵਰਕਰ ਜਿਹੜਾ ਵੀਜ਼ਾ ਹੁੰਦਾ, ਸਿਰਫ ਇਸੇ ਟਾਪੂਆਂ ਨੂੰ ਉਹ ਜਿਹੜੇ ਲੱਗਦੇ ਆ। ਤੇ ਉਹਦੇ ਥੱਲੇ ਇਹ ਲੈ ਕੇ ਆਇਆ ਸੀਗਾ ਕਿ ਫਿਲੀਪੀਨ ਤੋਂ ਆਪਾਂ ਨੂੰ ਇਹ ਵਰਕਰ ਚਾਹੀਦੇ ਆ, ਪਰ ਉਹਨਾਂ ਨੂੰ ਵੀਕਐਂਡ ਵਗੈਰਾ ਤੇ ਕੰਮ ਕਰਾਉਂਦਾ ਸੀਗਾ, ਤੇ ਸਹੀ ਰਹਿਣ ਸਹਿਣ ਨਹੀਂ ਉਹਨਾਂ ਦਾ ਸੀਗਾ। ਸੋ ਉਸ ਚੀਜ਼ 'ਚ ਇਹਦੀ ਇਨਵੈਸਟੀਗੇਸ਼ਨ 'ਚ ਬੰਦੇ ਦਾ ਜਿਹੜਾ ਨਾਮ ਆਇਆ, ਤੇ ਸਾਲ ਦੀ ਉਹਨੂੰ ਜਿਹੜੀ ਫਿਰ ਹੋਮ ਡਿਟੈਂਸ਼ਨ ਜਿਹੜੀ ਹੋਈ ਹੈ, ਮਤਲਬ ਕਿ ਜੇਲ੍ਹ 'ਚ ਨਹੀਂ ਭੇਜੋਗੇ ਪਰ ਘਰੋਂ ਬਾਹਰ ਨਹੀਂ ਨਿਕਲ ਸਕਦਾ, ਤੇ ਉਹ ਵੀ ਇੱਕ ਤਰ੍ਹਾਂ ਦੀ ਜੇਲ੍ਹ ਹੀ ਹੈ। ਆਵਾਜ਼ ਨਹੀਂ ਤੁਹਾਡੀ ਰਾਜਕਰਨ ਜੀ ਆ ਰਹੀ? ਜੀ ਮੈਂ ਕਹਿ ਰਿਹਾ ਸੀਗਾ ਵੀ ਇਹ ਵੀ ਪਿੱਛੇ ਜਾ ਕੇ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖ ਰਹੇ ਆ ਫਰਾਡ ਨੂੰ ਲੈ ਕੇ, ਬਹੁਤ ਜ਼ਿਆਦਾ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਨਜ਼ਰ ਜਿਹੜੀ ਉਹ ਇਸ ਟਾਈਮ ਨਜ਼ਰਸਾਨੀ ਜਿਹੜੀ ਉਹ ਕਰੀ ਬੈਠੇ ਹੈਗੇ ਆ। ਸੋ ਉਹ ਓਵਰਆਲ ਜੇ ਇਹਨਾਂ ਸਾਰੀਆਂ ਖਬਰਾਂ ਦੇ ਵਿੱਚੋਂ ਇਹ ਤੱਤ ਜਿਹੜਾ ਨਿਕਲਦਾ ਵੀ ਜੇ ਕਿਸੇ ਨੇ ਪਹਿਲਾਂ ਫਰਾਡ ਕੀਤਾ ਆ ਤਾਂ ਉਹ ਇਵੈਂਚੁਅਲੀ ਹੁਣ ਇਹਨਾਂ ਦੀਆਂ ਨਜ਼ਰਾਂ 'ਚ ਆ ਹੀ ਜਾਣਾ ਆ। ਹਾਂਜੀ ਜੀ। ਤੇ ਵਰਕਰ ਵੀ ਜੇ ਕਿਸੇ ਨਾਲ ਕੋਈ ਇਦਾਂ ਦੀ ਧੱਕੇਸ਼ਾਹੀ ਹੋਈ ਹੈ, ਤੁਸੀਂ ਕਰ ਸਕਦੇ ਸਾਨੂੰ T ਵੀਜ਼ੇ ਵਾਸਤੇ, ਤੇ ਇਦਾਂ ਦੇ ਤੁਸੀਂ ਕੋਈ ਹਾਲਾਤ ਨੂੰ ਤੁਹਾਡੇ ਨਾਲ ਹੋਏ ਸੀਗੇ, ਤੇ T ਵੀਜ਼ੇ ਲਈ ਤੁਸੀਂ ਐਲੀਜੀਬਲ ਆ, ਤੇ ਤੁਸੀਂ ਫਰਾਡ ਜਿਹੜਾ ਰਿਪੋਰਟ ਕਰਕੇ ਹੋ ਅੱਗੇ ਜਾ ਸਕਦੇ ਹੋ। ਜੀ। ਇੱਕ ਹੋਰ ਫੈਡਰਲ ਲਾਸੂਟ ਆ, ਉਹਦੇ ਵਿੱਚ ਇਹ ਕਥਿਤ ਤੌਰ ਦੇ ਉੱਤੇ ਦਾਵਾ ਆ ਵੀ US ਨੇ ਜਿਹੜੀ ਇਰਾਨੀਅਨ ਅਸਾਈਲਮ ਇਨਫੋਰਮੇਸ਼ਨ ਆ ਜਿਹੜੀ ਕੌਨਫੀਡੈਂਸ਼ੀਅਲ ਸੀਗੀ, ਉਹ ਇਰਾਨੀਅਨ ਸਰਕਾਰ ਦੇ ਨਾਲ ਸਾਂਝੀ ਕੀਤੀ ਆ। ਹਾਂਜੀ। ਸੋ ਇਰਾਨ ਦੇ ਨਾਲ ਤੁਹਾਨੂੰ ਪਤਾ ਇਹਨਾਂ ਦੀਆਂ ਸਾਰੀਆਂ ਨੈਗੋਸੀਏਸ਼ਨ ਵਗੈਰਾ ਹੁਣ ਜਿਹੜੀਆਂ
ਚੱਲ ਰਹੀਆਂ ਸੀਗੀਆਂ। ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਆਈਸ ਤੇ ਡਿਪਾਰਟਮੈਂਟ ਆਫ ਸਟੇਟ ਨੇ ਜਿਹੜਾ ਉਹ ਕਹਿੰਦੇ ਆ ਕਿ ਗਲਤ ਇਨਫੋਰਮੇਸ਼ਨ ਜਿਹੜੀ ਦੇਤੀ ਹੈ, ਜਿਹੜੀ ਅਸਾਈਲਮ ਪ੍ਰੋਸੈਸ ਦੇ ਦੌਰਾਨ ਉਹਨਾਂ ਨੇ ਇਕੱਠੀ ਕੀਤੀ ਸੀ, ਕਿਉਂਕਿ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਹੁੰਦੀ ਆ ਤੇ ਬੰਦੇ ਨੂੰ ਦੱਸਿਆ ਵੀ ਜਾਂਦਾ ਹੈ, ਕਿਸੇ ਨਾਲ ਸ਼ੇਅਰ ਨਹੀਂ ਹੋਗੀ। ਇਹਦੇ ਵਿੱਚ ਪੋਲੀਟੀਕਲ ਪ੍ਰੋਸੀਕਿਊਸ਼ਨ ਕਿਉਂ ਹੋਈ ਸੀ ਉਹਨਾਂ ਦੀ, ਰਿਲੀਜੀਅਸ ਕਨਵਰਜਨ ਕਿੰਨੇ ਕਰਾਈ ਆ, ਕਿਹੜਾ ਬੰਦਾ ਕ੍ਰਿਸਚਨ ਬਣਿਆ, ਦੂਜੇ ਧਰਮਾਂ 'ਚ ਗਿਆ। ਤੇ ਇਹਨਾਂ ਨੇ ਜਿਹੜਾ ਸੀਗਾ ਇਰਾਨੀਅਨ ਅਥਾਰਟੀਜ਼ ਨੂੰ ਇਹਨਾਂ ਨੂੰ ਜਦੋਂ ਵਾਪਸ ਭੇਜਣਾ ਇਹ ਬੰਦਿਆਂ ਨੂੰ, ਤਾਂ ਉਹਦੇ ਰਿਲੇਟਡ ਜਿਹੜਾ ਸੀਗਾ ਕਿ ਉਹ ਕੀ ਉਹਨਾਂ ਨੇ ਅਸਾਈਲਮ ਕਲੇਮ ਫਾਈਲ ਕੀਤੇ ਆ, ਉਹ ਵੀ ਇਨਫੋਰਮੇਸ਼ਨ ਦੇ ਦਿੱਤੀ। ਇਹ ਹੁਣ ਜਿਹੜਾ ਸੀਗਾ ਪਾਕਿਸਤਾਨ ਇਹਨਾਂ ਨੂੰ ਡਿਪਲੋਮੈਟਿਕ ਕਮਿਊਨੀਕੇਸ਼ਨ ਇਹਨਾਂ ਦਾ ਜਿਹੜਾ ਕਰ ਰਿਹਾ ਸੀਗਾ। ਸੋ ਕਹਿੰਦੇ ਕਿ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਜਿਹੜੀ ਸੀਗੀ ਉਹ ਲੀਕ ਜਿਹੜੀ ਹੋ ਗਈ ਹੈ। ਤੇ ਇਹਦੇ ਵਿੱਚ ਹੁਣ ਕੀ ਸੀਗਾ ਕਿ ਵਾਇਲੇਸ਼ਨ ਆਫ ਕੌਨਫੀਡੈਂਸ਼ੀਅਲਿਟੀ ਜਿਹੜੀ ਹੁੰਦੀ ਹੈ, ਇਹ ਸਾਰੇ ਅਸਾਈਲਮ ਪ੍ਰੋਸੈਸ ਨੂੰ ਜਿਹੜਾ ਸੀਗਾ ਇਫੈਕਟ ਕਰਦਾ। ਤੇ ਜਿਹੜਾ ਲਾਅ ਸੂਟ ਸੀਗਾ ਹੋਇਆ, ਉਹਨੇ ਇੰਜੰਕਸ਼ਨ ਲਾਈ ਹੈ ਕਿ ਹੋਰ ਡਿਸਕਲੋਜ਼ਰ ਨਾ ਹੋਣ, ਤੇ ਇੱਕ ਇੰਡੀਪੈਂਡੈਂਟ ਜਿਹੜਾ ਮੋਨੀਟਰ ਲਗਾਇਆ ਜਾਵੇ, ਜਿਹੜਾ ਕਿ ਚੈੱਕ ਕਰੂਗਾ ਕਿ ਸਹੀ ਹੋਇਆ ਜਾਂ ਗਲਤ ਹੋਇਆ। ਤੇ ਜਿਹੜੀ ਵੀ ਇਨਫੋਰਮੇਸ਼ਨ ਪਾਸ ਆਨ ਕੀਤੀ ਉਹਨੂੰ ਡਿਸਟਰੋਏ ਕੀਤਾ ਜਾਵੇ, ਜੋ ਵੀ ਪੋਸੀਬਲ ਹੈਗਾ। ਸੋ ਇਸ ਚੀਜ਼ ਦਾ ਜਿਹੜਾ ਲਾਅ ਸੂਟ ਜਿਹੜਾ ਹੈਗਾ ਹੈ। ਜੀ। ਸੋ ਇੱਥੋਂ ਇਹ ਵੀ ਫਿਰ ਆਪਾਂ ਕਹਿ ਸਕਦੇ ਹਾਂ ਐਂਟਨੀ ਟਿਰਕੈਣਾ ਜੀ ਵੀ ਆਪਣੀਆਂ ਜ਼ਰੂਰਤਾਂ ਦੇ ਹਿਸਾਬ ਦੇ ਨਾਲ ਜਿਹੜੀਆਂ ਚੀਜ਼ਾਂ ਇਹ ਕਹਿੰਦੇ ਆ ਵੀ ਅਸੀਂ ਇਨਫੋਰਮੇਸ਼ਨ ਸ਼ੇਅਰ ਵੀ ਨਹੀਂ ਕਰਨੀ, ਉਹ ਉਹਨਾਂ ਮੁਲਕਾਂ ਦੇ ਨਾਲ ਵੀ ਸ਼ੇਅਰ ਕੀਤੀ ਜਾਊਗੀ। ਜਾਣ ਕੇ ਤਾਂ ਨਹੀਂ ਕੀਤੀ ਹੋਣੀ, ਪਰ ਤੁਸੀਂ ਕਹਿ ਲਓ ਕਿ ਅਣਗਹਿਲੀ ਕਹਿ ਲਓ, ਲਾਪਰਵਾਹੀ ਕਹਿ ਲਓ, ਮਤਲਬ ਲੀਗਲੀ ਤਾਂ ਨਹੀਂ ਤੁਸੀਂ ਕਰ ਸਕਦੇ, ਤਾਂ ਹੀ ਉਹ ਲਾਅ ਸੂਟ ਜਿਹੜਾ ਹੈਗਾ ਆਪੀ ਲਾਅ ਸੂਟ ਤੋਂ ਬਾਅਦ। ਜੀ ਜੀ। ਤੇ ਇੱਕ ਹੋਰ ਆਈਸ ਦੀ ਸ਼ੂਟਿੰਗ ਹੋਈ ਹੈ, ਜਿਸ ਦੇ ਵਿੱਚ ਇੱਕ ਮੈਕਸੀਕਨ ਮੂਲ ਦੇ ਬੰਦੇ ਦੀ ਜਿਹੜੀ ਉਹ ਮੌਤ ਹੋਈ ਆ। ਇਹਦੇ ਵਿੱਚ ਇਹ ਆਈਸ ਨੇ, DHS ਨੇ ਆਪ ਜਿਹੜਾ ਉਹ ਮੰਨਿਆ ਵੀ ਬੰਦਾ ਤਾਂ ਕੋਈ ਹੋਰ ਸੀਗਾ ਫੜਨਾ, ਪਰ ਇਹ ਗਲਤੀ ਉਹਨਾਂ ਨੂੰ ਲੱਗੀ ਆ ਤੇ ਉਸ ਦੀ ਗੋਲੀ ਦੇ ਨਾਲ ਮੌਤ ਹੋਈ ਆ। ਤੇ ਇਹ ਵੀ ਗੱਲ ਸਾਹਮਣੇ ਆਈ ਹੈ ਵੀ ਕੈਮਰਾ ਖੂਮਰਾ ਵੀ ਕੋਈ ਨਹੀਂ ਸੀ ਚੱਲ ਰਿਹਾ ਇਹਨਾਂ ਦਾ, ਕੈਮਰਾ ਵੀ ਨਹੀਂ ਇਹ ਲਗਾ ਕੇ ਗਏ ਸੀਗੇ। ਤੇ ਕਹਿ ਰਹੇ ਸੀਗੇ ਕਿ ਇਹਨਾਂ ਦਾ ਐਲੀਗੇਸ਼ਨ ਇਹ ਆਈਸ ਵਾਲਿਆਂ ਦਾ ਕਿ ਜਿਹੜਾ ਡਰਾਈਵਰ ਸੀਗਾ ਉਹ ਸਾਡੇ ਤੇ ਗੱਡੀ ਚੜ੍ਹਨ ਲੱਗਾ ਸੀਗਾ, ਤੇ ਬਾਅਦ ਪਤਾ ਲੱਗਿਆ ਉਹ ਵਾਲਾ ਬੰਦਾ ਵੀ ਨਹੀਂ ਉਹ ਸੀਗਾ ਜਿਹਨੂੰ ਉਹਨਾਂ ਨੇ ਮਾਰਤਾ। ਤੇ ਬੋਡੀ ਕੈਮ ਜਿਹੜੀ ਸੀਗੀ ਉਹਨੂੰ ਲੈ ਕੇ ਫਿਰ ਕੰਟਰੋਵਰਸੀ ਹੋਈ ਹੈ, ਕਿਉਂਕਿ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹਨੇ $20 ਮਿਲੀਅਨ ਜਿਹੜਾ ਸੀਗਾ ਹੁਣੇ ਲਿਆ ਸੀਗਾ ਕਿ ਕੈਮਰੇ ਡਿਪਲੋਏ ਕਰਨੇ ਆ, ਤੇ ਕੈਮਰੇ ਜਿਹੜੇ ਡਿਪਲੋਏ ਨਹੀਂ ਹੋਏ। ਤੇ ਕਾਂਗਰਸ ਦੇ ਜਿਹੜੇ ਮੈਂਬਰ ਉਹਨਾਂ ਨੇ ਕੁਐਸਚਨ ਕੀਤਾ ਕਿ ਨੇਸ਼ਨ ਵਾਈਡ ਅਜੇ ਡਿਪਲੋਇਮੈਂਟ ਕਿਉਂ ਨਹੀਂ ਹੋਈ ਹੈਗੀ। ਤੇ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹ ਕਹਿੰਦੀ ਆ ਕਿ ਬਾਅਦ ਦੇ ਵਿੱਚ ਜਿਹੜੀ ਸੀਗੀ ਮਹੀਨੇ ਦੇ ਐਂਡ ਤੱਕ ਇਹ ਜਿਹੜੀ ਡਿਪਲੋਇਮੈਂਟ ਜਿਹੜੀ ਹੋਣੀ ਹੈ। ਸੋ ਇਸ ਚੀਜ਼ ਨੂੰ ਲੈ ਕੇ ਜਿਹੜਾ ਆਵਾਜ਼ ਹੈਗਾ ਕਿ ਤੁਸੀਂ $20 ਮਿਲੀਅਨ ਲਏ ਆ ਤੇ ਅਜੇ ਤੱਕ ਤੁਸੀਂ ਜਿਹੜਾ ਕੈਮਰੇ ਕਿਉਂ ਨਹੀਂ ਉਹਨਾਂ ਦੇ ਆਪਰੇਸ਼ਨਲ ਜਿਹੜੇ ਕੀਤੇ ਆ। ਬਾਕੀ ਤੁਹਾਨੂੰ ਪਤਾ ਮੇਨ ਗੱਲ ਤਾਂ ਇਹੀ ਹੈ ਕਿ ਜਿਹੜੀ ਬੰਦੇ ਜਿਹੜੇ ਜਿੱਦਾਂ ਦੇ ਹਾਇਰ ਕਰਦੇ ਉਹ ਰਫ ਆ। ਕਾਫੀ ਸਾਰੀਆਂ ਵੀਡੀਓ ਜਿਹੜੀਆਂ ਆਨਲਾਈਨ ਜਿਹੜੀਆਂ ਹੈਗੀਆਂ ਸੋਸ਼ਲ ਮੀਡੀਆ ਦੇ ਵਿੱਚ ਆਉਂਦੀਆਂ, ਤੇ ਉਹ ਬੰਦੇ ਕਾਫੀ ਰਫ ਆ, ਤੇ ਉਹਦੇ ਕਰਕੇ ਜਿਹੜਾ ਹੈਗਾ ਉਹਨਾਂ ਨੂੰ ਟ੍ਰੇਨਿੰਗ ਵੀ ਘੱਟ ਆ, ਤੇ ਉਹ ਜਿਹੜਾ ਸੀਗਾ ਜ਼ਿਆਦਾਤਰ ਵਾਇਲੈਂਸ ਜ਼ਿਆਦਾ ਜਿਹੜਾ ਯੂਜ਼ ਕਰਦੇ ਆ, ਤੇ ਉਹਨਾਂ ਨੂੰ ਡੀਐਸਕੇਲੇਟ ਕਰਨ ਦੇ ਟੈਕਟਿਕਸ ਵਗੈਰਾ ਘੱਟ ਆ। ਤੇ ਉਹਦੇ ਕਰਕੇ ਹੁਣ ਤੁਸੀਂ ਦੇਖ ਲਓ ਇਹ ਮੌਤਾਂ ਕਿੰਨੀਆਂ ਜਿਹੜੀਆਂ ਜੇਲ੍ਹ ਦੇ ਅੰਦਰ ਵੀ ਮੌਤਾਂ ਹੋ ਜਾਂਦੀਆਂ, ਬਾਹਰ ਵੀ ਮੌਤਾਂ ਹੋ ਰਹੀਆਂ। ਜੀ ਬਿਲਕੁਲ। ਆਈਸ ਦੀ ਡਿਟੈਂਸ਼ਨ ਦੇ ਇੱਕ ਮਾਮਲੇ ਦੇ ਵਿੱਚ ਤਾਂ ਕੈਲੀਫੋਰਨੀਆ ਦਾ ਹੀ ਕੇਸ ਹੋਇਆ ਸੀ, $1 ਲੱਖ ਦੀ ਸੈਟਲਮੈਂਟ ਨੂੰ ਮੰਨੇ ਆ ਇਹ ਹੁਣ ਰੀਸੈਂਟਲੀ ਇਹ ਚੀਜ਼ ਅਟਾਰਨੀ ਟਿਰਕੈਣਾ ਜੀ ਸਾਹਮਣੇ ਆਇਆ ਸੀ। ਇਹ ਜਿਹੜਾ GEO ਗਰੁੱਪ ਆ ਜਿਨ੍ਹਾਂ ਦੀ ਇਹ ਪ੍ਰਾਈਵੇਟ ਇਮੀਗ੍ਰੇਸ਼ਨ ਡਿਟੈਂਸ਼ਨ ਕੰਪਨੀ ਆ, ਉਹਨਾਂ ਦੇ ਉਲਟ ਸੈਂਟਰਲ ਵੈਲੀ ਡਿਟੈਂਸ਼ਨ ਫੈਸਿਲਿਟੀਜ਼ ਨੂੰ ਲੈ ਕੇ ਰੌਲਾ ਪਿਆ ਸੀਗਾ। ਇਮੀਗ੍ਰੈਂਟਸ ਰਾਈਟ ਗਰੁੱਪਸ ਵਾਲਿਆਂ ਨੇ ਇਹਨਾਂ ਦੇ ਉਲਟ ਕੇਸ ਜਿਹੜਾ ਉਹ ਕੀਤਾ ਸੀ, ਤੇ ਇਵੈਂਚੁਅਲੀ ਇਹਨਾਂ ਦੀ ਜਿੱਤ ਹੋਈ ਆ, ਤੇ $1 ਲੱਖ ਜਿਹੜਾ ਇਹਨਾਂ ਨੂੰ ਮਿਲੂਗਾ। ਆਲਰੇਡੀ ਹੈਲਥ ਨੂੰ ਲੈ ਕੇ ਉੱਥੇ ਕਿੱਦਾਂ ਦੇ ਹਾਲਾਤ ਨੇ ਉਹਨਾਂ ਨੂੰ ਲੈ ਕੇ ਕਾਫੀ ਵਿਵਾਦ ਤੇ ਕਾਫੀ ਰੌਲੇ ਜਿਹੜੇ ਅਟਾਰਨੀ ਟਿਰਕੈਣਾ ਜੀ ਪੈਂਦੇ ਰਹਿੰਦੇ ਆ। ਜੀ ਬਿਲਕੁਲ। ਸੋ ਦੇਖੋ ਇਨਫਰਾਸਟ੍ਰਕਚਰ ਜਿਹੜਾ ਹੁੰਦਾ, ਜਦੋਂ ਤੁਸੀਂ ਇੱਕਦਮ ਹੀ ਇੰਨੇ ਸਾਰੇ ਬੰਦੇ, ਇੱਕ ਤਾਂ ਵੋਲਿਊਮ ਜਿਹੜੇ ਹਿਸਾਬ ਨਾਲ ਤੁਸੀਂ ਫੜ ਲੈਂਦੇ ਆ, ਤੇ ਇਮੀਗ੍ਰੈਂਟਾਂ ਨੂੰ ਕੋਈ ਬਾਹਲੀ ਵਧੀਆ ਟ੍ਰੀਟਮੈਂਟ ਤਾਂ ਦਿੰਦੇ ਨਹੀਂ ਉੱਥੇ। ਤੇ ਹੁਣ ਜਦੋਂ ਜੇਲ੍ਹਾਂ ਦੇ ਵਿੱਚ ਓਵਰ ਕਰਾਊਡਿੰਗ ਵੀ ਆ, ਸ਼ਿਕਾਗੋ 'ਚ ਆਪਾਂ ਨੂੰ ਪਤਾ ਇੱਕ ਜੱਜ ਨੇ ਤਾਂ ਸਿਰਫ ਇਸ ਗੱਲ ਕਰਕੇ ਕਿ ਸਾਰਿਆਂ ਨੂੰ ਰਿਲੀਜ਼ ਕਰੋ ਕਿ ਬਾਥਰੂਮ ਵਗੈਰਾ ਤੁਹਾਡੇ ਜਿਹੜੇ ਸੀਗੇ ਉਹ ਸਹੀ ਨਹੀਂ ਹੈਗੇ। ਤੇ ਮੈਡੀਕਲ ਪ੍ਰੋਬਲਮਸ ਕਈ ਲੋਕਾਂ ਨੂੰ ਜਿਹੜੀਆਂ ਆਈਆਂ, ਕਈ ਲੋਕ ਕੰਪਰੋਮਾਈਜ਼ ਕਰ ਲੈਂਦੇ। ਮੈਡੀਕੇਸ਼ਨ ਜਿਹੜੀ ਕਹਿੰਦੇ ਪ੍ਰੋਪਰ ਨਹੀਂ ਉਹਨਾਂ ਨੂੰ ਮਿਲਦੀ, ਕਿਸੇ ਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਆ, ਕਿਸੇ ਨੂੰ ਥਾਇਰੋਇਡ ਦੀ ਪ੍ਰੋਬਲਮ ਆ, ਇਨਸੂਲਿਨ ਦੀ, ਸ਼ੂਗਰ ਦੀ ਪ੍ਰੋਬਲਮ ਜਿਹੜੀ ਹੈਗੀ ਆ, ਤੇ ਲੋਕਾਂ ਨੂੰ ਇਹ ਬੇਸਿਕ ਕਹਿੰਦੇ ਮੈਡੀਸਨ ਨਹੀਂ ਜਦੋਂ ਮਿਲਦੀ, ਟ੍ਰੀਟਮੈਂਟ ਨਹੀਂ ਮਿਲਦੀ, ਕਈ ਵੈਸੇ ਹੀ ਡਰ ਕੇ ਛੱਡ ਜਾਂਦੇ ਆ। ਜੀ ਜੀ। ਲਾਸਟ ਟਾਈਮ ਆਪਾਂ ਜਿਹੜੀ ਉਹ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਲੈ ਕੇ ਗੱਲ ਕੀਤੀ ਸੀ, ਜਦ ਸੁਪਰੀਮ ਕੋਰਟ ਨੇ ਉਸ ਦੇ ਉਲਟ ਫੈਸਲਾ, ਇਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਉਲਟ ਫੈਸਲਾ ਸੁਣਾਇਆ, ਤਾਂ ਇਹਨਾਂ ਨੇ DOJ ਨੇ ਇੱਕ ਨਵਾਂ ਮੈਮੋ ਇੱਕ ਹਿਸਾਬ ਦੇ ਨਾਲ ਘੱਲਿਆ ਆ ਵੀ ਕਹਿੰਦੇ ਵੀ ਜਿਹੜਾ ਬਰਥ ਟੂਰਿਜ਼ਮ ਆ ਉਸ ਨੂੰ ਪ੍ਰਾਇਓਰਿਟਾਈਜ਼ ਕਰੋ, ਉਸ ਦੀ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ ਜਿਹੜੀ ਉਹ ਜਾਵੇ,
ਕਹਿੰਦੇ ਵੀ ਡਿਨਾਈ ਕਰੋ ਸਿਟੀਜ਼ਨਸ਼ਿਪ ਜਾਂ ਲੋਕਾਂ ਨੂੰ ਅੰਦਰ ਆਉਣ ਦੇ ਲਈ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ। ਸੋ ਤੁਹਾਨੂੰ ਕੀ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਈਵਨ ਦੋ ਸੁਪਰੀਮ ਕੋਰਟ ਨੇ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਬਹਾਲ ਰੱਖਿਆ, ਬਰਕਰਾਰ ਰੱਖਿਆ ਆ, ਕੀ ਇਹ ਇਸ ਤਰੀਕੇ ਦੇ ਨਾਲ ਹੋਰ ਜ਼ਿਆਦਾ ਇਸ ਨੂੰ ਕ੍ਰੈਕ ਡਾਊਨ ਕਰ ਸਕਣਗੇ? ਮਤਲਬ ਇਹ ਵੀਜ਼ਾ ਤਾਂ ਵੈਸੇ ਨਹੀਂ ਦੇ ਰਹੇ, ਹੁਣ ਭਾਵੇਂ ਬਰਥ ਉਹਦੇ ਲਈ ਕਰਨਾ ਜਾਂ ਕਿੱਦਾਂ ਕਰਨਾ। ਹੁਣ ਜਿਹੜੇ ਬੰਦੇ ਕੋਲ ਵੀਜ਼ਾ ਹੈਗਾ 10 ਸਾਲ ਦਾ ਆਲਰੇਡੀ ਲੱਗਿਆ ਪਿਆ, ਉਹਨੇ ਕਿਹੜਾ ਪਹਿਲੇ ਵੀਜ਼ਾ ਇਸ ਕਰਕੇ ਲਗਾਉਣਾ ਹੈਗਾ ਉੱਥੇ ਜਾ ਕੇ ਬਰਥ ਕਰਨਾ। ਬੰਦੇ ਕੋਲ ਵੀ ਜਿਹੜੀ ਹੈਗੀ ਹੈ। ਬਾਕੀ ਇਹ ਹੈ ਕਿ ਹਾਂਜੀ, ਜੇ ਕੋਈ ਵਿਜ਼ੀਬਲੀ ਪ੍ਰੈਗਨੈਂਟ ਹੈਗਾ ਉਹਨੂੰ ਰੋਕ ਸਕਦੇ ਆ ਕਿ ਨਹੀਂ, ਆਪਾਂ ਨਹੀਂ ਜਾਣ ਦੇਣਾ, ਮਰਜ਼ੀ ਹੈ ਸਾਡੀ। ਤੇ ਜੇ ਹੁਣ ਕੋਈ ਬੰਦਾ ਵਿਜ਼ੀਬਲੀ ਪ੍ਰੈਗਨੈਂਟ ਨਹੀਂ ਹੈਗਾ ਉਹਨੂੰ ਕਿੱਦਾਂ ਰੋਕੂਗੇ? ਪ੍ਰੈਗਨੈਂਸੀ ਟੈਸਟ ਤਾਂ ਹੁਣ ਕਰ ਨਹੀਂ ਸਕਦੇ 에ਅਰਪੋਰਟ ਤੇ, ਹਨਾ। ਸਹੀ ਗੱਲ ਆ। ਬਾਕੀ ਵੀਜ਼ੇ ਤਾਂ ਵੈਸੇ ਹੀ ਇਹਨਾਂ ਨੇ ਜਿਹੜੇ ਸੀਗੇ ਰਿਸਟ੍ਰਿਕਟ ਕਰਤੇ ਆ ਕਾਫੀ, ਤੇ ਕਾਫੀ ਲੋਕੀ ਜਿਹੜੇ ਦਿਲਚਸਪੀ ਵੀ ਨਹੀਂ ਰੱਖਦੇ ਹੁਣ ਇੱਥੇ ਆਉਣ 'ਚ। ਪਤਾ ਹੀ ਉਹਨਾਂ ਨੂੰ ਕੀ ਪ੍ਰੋਬਲਮ ਆ, ਕੀ ਸਿਚੁਏਸ਼ਨਸ ਬਣੀਆਂ ਪਈਆਂ। ਇਸ ਟਾਈਮ ਰਣੀ ਟਿਟਕੈਣਾ ਜੀ, ਥੋੜੇ ਜਿਹੇ ਤਾਜ਼ਾ ਹਾਲਾਤ ਦੱਸਿਓ ਅਦਾਲਤਾਂ ਦੇ ਵਿੱਚ, ਕੋਰਟਸ ਦੇ ਵਿੱਚ ਕੀ ਸਿਸਟਮ ਜਿਹੜਾ ਉਹ ਚੱਲ ਰਿਹਾ, ਕੀ ਲੇਟੈਸਟ ਅਪਡੇਟਸ ਆ ਰਹੀਆਂ? ਕੋਰਟਸ ਦੇ ਵਿੱਚ ਜੀ ਨਵੇਂ ਜੱਜ ਕਾਫੀ ਜਿਹੜੇ ਹੁਣ ਇਹਨੇ ਤੈਨਾਤ ਕਰਤੇ ਆ। ਤਰੀਕਾਂ ਜਿਹੜੀਆਂ ਅਗਾਂਹ ਪਈਆਂ ਸੀਗੀਆਂ 2028 'ਚ, ਉਹਨਾਂ ਨੂੰ ਅੱਗੇ ਫਾਰਵਰਡ ਜਿਹੜਾ ਇਹ ਲੈ ਕੇ ਆ ਰਹੇ ਆ। ਤੇ ਜੱਜ ਜਿਹੜੇ ਤਕਰੀਬਨ ਸਟ੍ਰਿਕਟ ਆ। ਪਹਿਲਾਂ ਉਹਨਾਂ ਦਾ ਇਹੀ ਹੁੰਦਾ ਕਿ ਕੇਸ ਨੂੰ ਅਬੈਂਡਨ ਕਰ ਦਈਏ, ਪ੍ਰੀ ਟਰਮਿਟ ਕਰ ਦਈਏ, ਪਰ ਆਪਾਂ ਹੁਣ ਦੇਖ ਰਹੇ ਹਾਂ ਕਾਫੀ ਕੇਸ ਉਹ 'ਚ ਜਿਹੜੇ ਆਪਾਂ ਅਪੀਲਾਂ ਪੁਲਾਂ ਫਾਈਲ ਕੀਤੀਆਂ ਸੀਗੀਆਂ, ਉਹ ਅਪੀਲਾਂ 'ਚ ਜਿੱਤ ਹੋਣੀ ਸ਼ੁਰੂ ਹੋ ਗਈ ਆ, ਜਿਹਦੇ ਵਿੱਚ ਕਿ BIA ਵਗੈਰਾ ਜਿਹੜੀ ਸੀਗੀ 9th ਸਰਕਿਟ ਵਗੈਰਾ, ਉਹ ਕਈ ਡਿਸੀਜਨਸ ਨਾਲ ਜਿਹੜੀ ਐਗਰੀ ਨਹੀਂ ਕਰਦੀ ਹੈ। ਓਕੇ। ਤੇ ਮਤਲਬ ਓਵਰਆਲ ਅਪੈਲਟ ਕੋਰਟ ਦੇ ਵਿੱਚ ਤਾਂ ਠੀਕ ਆ ਸਿਨੈਰੀਓ। ਇਮੀਗ੍ਰੇਸ਼ਨ ਕੋਰਟ ਦੇ ਵਿੱਚ ਕਿਉਂਕਿ ਇਹਨਾਂ ਨੇ ਆਪਣੀ ਮਰਜ਼ੀ ਦੇ ਜੱਜ ਜਿਹੜੇ ਰੱਖੇ ਸੀਗੇ, ਤੇ ਜ਼ਿਆਦਾਤਰ ਇਹ ਹੈਗਾ ਕਿ ਕਾਫੀ ਕੇਸ ਜਿੱਦਾਂ ਨਿਪਟਾਣੇ ਚਾਹੁੰਦੇ, ਉਹਦੇ ਕਰਕੇ ਇਹ ਕਾਫੀ ਕੇਸ ਜਿਹੜੇ ਪ੍ਰੀ ਟਰਮਿਟ ਕਰ ਦਿੰਦੇ ਆ। ਤੇ ਉਹ ਤੋਂ ਬਚਣ ਦਾ ਹੱਲ ਫਿਰ ਇਹੀ ਆ ਕਿ ਆਪਣੇ ਆਪਣੇ ਕੇਸ ਤੇ ਜਿਹੜਾ ਫੋਕਸ ਕਰੋ, ਕਾਫੀ ਸਾਰਾ ਕੇਸ ਆਪਣਾ ਜਿਹੜਾ ਪੂਰਾ ਬਣਵਾਓ ਆਪਣੇ ਅਟਰਨੀ ਨਾਲ ਰਲ ਕੇ। ਸੋ ਇਹ ਵੀ ਪ੍ਰੋਬਲਮ ਇੱਕ ਆ ਰਹੀ ਹੈ ਕਿ ਲੋਕ ਜਿਹੜਾ ਸੀਗਾ ਕੇਸ ਨਹੀਂ ਬਣਾਉਂਦੇ, ਸਹੀ ਤਰ੍ਹਾਂ ਤਿਆਰ ਨਹੀਂ ਕਰਦੇ, ਮਿਹਨਤ ਨਹੀਂ ਕਰਦੇ। ਸੋ ਉਹ ਚੀਜ਼ ਜੇ ਤੁਸੀਂ ਕਰੋ ਤਾਂ ਤੁਹਾਡਾ ਜਿਹੜਾ ਕੇਸ ਹੈਗਾ ਉਹ ਬਚ ਸਕਦਾ ਹੈਗਾ। ਸਿੰਪਲ ਜੀ ਗੱਲ ਜਿਹੜੀ ਹੈਗੀ ਹੈ, ਆਪਣੇ ਲਾਇਰ ਨਾਲ ਕੋਆਪਰੇਟ ਕਰੋ ਤੇ ਕੇਸ ਦੇ ਵਿੱਚ ਜਾਣ ਪਾਓ ਥੋੜੀ। ਪ੍ਰੀ ਟਰਮਿਟ ਨੂੰ ਇੱਕ ਵਾਰੀ ਫੇਰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਿਓ ਵੀ ਇਹ ਕੀ ਹੁੰਦਾ ਆ, ਕਿੰਨਾਂ ਦੇ ਕੇਸ ਜ਼ਿਆਦਾ ਪ੍ਰੀ ਟਰਮਿਟ ਹੋ ਰਹੇ ਆ, ਕੋਈ ਸਪੈਸੀਫਿਕ ਸਿਨਾਰੀਓ ਸੀ ਜਾਂ ਹਰ ਇੱਕ ਨੂੰ ਇੱਕੋ ਰਸੇ ਨਾਲ ਬੰਨ ਰਹੇ? ਸੋ 9th ਸਰਕਿਟ 'ਚ ਕੇਸ ਹੋਇਆ ਸੀਗਾ ਦਸੰਬਰ 'ਚ, ਉਦੋਂ ਆਇਆ ਸੀਗਾ ਬਲਜੀਤ ਸਿੰਘ ਵਰਸਸ ਬੌਂਡੀ। ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ ਮਈ 2026  'ਚ ਉਹਨੂੰ ਦੁਬਾਰਾ ਰੀਐਡਜਸਟ ਕੀਤਾ ਕੇਸ ਨੂੰ। ਕੇਸ ਦੇ ਵਿੱਚ ਬੇਸਿਕਲੀ ਇਹ ਕਿਹਾ ਸੀਗਾ ਕਿ ਜੇ ਬੰਦੇ ਦੇ ਸੱਟਾਂ ਗੰਭੀਰ ਨਹੀਂ ਲੱਗੀਆਂ ਤੇ ਉਹਦੀ ਸਾਰੀ ਗੱਲ ਤੁਸੀਂ ਮੰਨ ਲਓ ਕਿ ਜੋ ਉਹਨੇ ਲਿਖਿਆ ਸਹੀ ਲਿਖਿਆ, ਤੇ ਜੇ ਉੱਤੇ ਆਹੀ 2-3 ਹਮਲੇ ਹੋਏ ਆ ਤੇ ਡੰਡੇ ਡੁੰਡੇ ਪਏ ਆ, ਛੋਟੀ ਮੋਟੀ ਬਲੀਡਿੰਗ ਆ, ਉਹਨੂੰ ਆਪਾਂ ਗੰਭੀਰ ਸੱਟ ਜਿਹੜਾ ਨਹੀਂ ਮੰਨਦੇ ਆ, ਤੇ ਉਹਦਾ ਕੇਸ ਜਿਹੜਾ ਸੀਗਾ ਉਹਨੂੰ ਪ੍ਰੀ ਟਰਮਿਟ ਜਿਹੜਾ ਕੀਤਾ ਜਾਵੇ। ਮਤਲਬ ਕਿ ਉਹਨੂੰ ਤਰੀਕ ਸੁਣਨ ਦੀ ਲੋੜ ਨਹੀਂ ਹੈਗੀ, ਗਵਾਹੀ ਸੁਣਨ ਦੀ ਲੋੜ ਨਹੀਂ ਹੈਗੀ, ਕਿਉਂਕਿ 9th ਸਰਕਿਟ ਨੇ ਆਲਰੇਡੀ ਕਹਿ ਦਿੱਤਾ ਕਿ ਸੱਟਾਂ ਗੰਭੀਰ ਨਹੀਂ ਹੈਗੀਆਂ, ਪਾਸ ਪ੍ਰੋਸੀਕਿਊਸ਼ਨ ਨਹੀਂ ਬਣਦੀ ਹੈ। ਸੋ ਉਹਦੇ ਵਿੱਚ ਤੁਸੀਂ ਆਪਣੇ ਜਿਹੜੇ ਪਹਿਲੂ ਪੇਸ਼ ਕਰਨੇ ਹੁੰਦੇ ਆ, ਮੋਸ਼ਨ ਫਾਈਲ ਕਰਨੀ ਹੁੰਦੀ ਹੈ, ਕਿਉਂ ਨਾ ਰਿਪਲਾਈ ਕਰਨਾ ਹੁੰਦਾ ਕਿ ਕਿਉਂ ਇਹਨੂੰ ਪ੍ਰੀ ਟਰਮਿਟ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ। ਤੇ ਜਿਹੜਾ ਇਹਨਾਂ ਦਾ ਕੇਸ ਸੀਗਾ ਮੈਟਰ ਆਫ HAAV, ਉਹ BIA ਦਾ ਕੇਸ ਸੀਗਾ। ਉਹ ਬੇਸਿਕਲੀ ਕੀ ਕਹਿੰਦਾ ਹੈਗਾ ਕਿ ਜੇ ਇਮੀਗ੍ਰੇਸ਼ਨ ਜੱਜ ਨੂੰ ਐ ਲੱਗੇ ਕਿ ਸਾਰੀ ਚੀਜ਼ ਸੁਣ ਕੇ ਕਿ ਬੰਦੇ ਆਪਣਾ ਕੇਸ ਨਹੀਂ ਬਣਾ ਪਾਇਆ ਪ੍ਰਾਇਮਰੀਲੀ, ਤੇ ਉਹਨੂੰ ਜਿਹੜਾ ਪ੍ਰੀ ਟਰਮਿਟ ਕਰ ਸਕਦਾ। ਸੋ ਪ੍ਰੀ ਟਰਮਿਟ ਦਾ ਮਤਲਬ ਇਹੀ ਹੁੰਦਾ ਕਿ ਬਿਨਾਂ ਸੁਣੇ ਕੁਝ ਵੀ ਕੀਤੇ ਉਹ ਕਹਿੰਦੇ ਜੋ ਤੂੰ ਗੱਲ ਕਹੀ ਹੈ ਸਾਰੀ ਤੇਰੀ ਮੰਨ ਲਈ, ਪਰ ਫਿਰ ਵੀ ਆਪਾਂ ਤੇਰਾ ਕੇਸ ਜਿਹੜਾ ਉਹ ਡਿਨਾਈ ਕਰਦੇ। ਸੋ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਹੁਣ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਅਜੇ ਵੀ ਬਹੁਤ ਸਾਰੇ ਜਿਹੜੇ ਅਸਾਈਲਮ ਸੀਕਰ ਆ ਉਹ ਤਿਆਰੀ ਨਹੀਂ ਕਰ ਰਹੇ ਆਪਣੇ ਕੇਸਾਂ ਨੂੰ ਲੈ ਕੇ। ਕੀ ਕੋਈ ਨਿਰਾਸ਼ਾ ਜ਼ਿਆਦਾ ਫੈਲੀ ਹੋਈ ਆ ਹਾਲਾਤਾਂ ਨੂੰ ਦੇਖਦੇ ਹੋਏ? ਲੋਕ ਇੰਨੇ ਜ਼ਿਆਦਾ ਕਿਉਂ ਕਹਿ ਸਕਦੇ ਆ ਵੀ ਨੈਗੇਟਿਵ ਹੋਏ ਪਏ ਆ, ਜਾਂ ਕਹਿ ਲਓ ਵੀ ਕਿਉਂ ਤਿਆਰੀ ਨਹੀਂ ਕਰਨਾ ਚਾਹ ਰਹੇ? ਕੀ ਕਾਰਨ ਕੀ ਤੁਹਾਨੂੰ ਲੱਗ ਰਿਹਾ ਹੈ? ਕੀ ਗੱਲ ਕਰਕੇ ਪਤਾ ਲੱਗਦਾ ਹੈ? ਕਰਨ ਵਾਲੇ ਕਰਦੇ ਵੀ ਆ, ਜਿਹੜੇ ਸੀਰੀਅਸ ਬੰਦੇ ਆ ਕਈ ਕਰਦੇ ਵੀ ਆ, ਐਸੀ ਗੱਲ ਨਹੀਂ। ਮਤਲਬ ਬੰਦੇ ਤੇ ਡਿਪੈਂਡ ਕਰਦਾ। ਹੁਣ ਕਈ ਕਰਦੇ ਆ ਆਪਣਾ ਕੇਸ ਪੂਰਾ। ਇੱਕ ਦੀ ਵੀਡੀਓ ਆਪਾਂ ਪਾਈ ਸੀਗੀ, ਉਹਦਾ ਕੇਸ ਉਹਨੇ ਇਮੀਗ੍ਰੇਸ਼ਨ ਕੋਰਟ 'ਚ ਲੜਿਆ ਪੂਰਾ, ਉੱਥੇ ਗੱਲ ਨਹੀਂ ਬਣੀ। BIA ਦੇ ਕੋਲ ਆਪਾਂ ਗਏ, BIA ਨੇ ਰਿਜੈਕਟ ਕਰਤਾ। ਉਹਨੂੰ ਪਹਿਲਾਂ ਦੱਸਿਆ ਕਿ BIA ਨੇ ਕਰਨਾ। 9th ਸਰਕਿਟ 'ਚ ਗਏ, 9th ਸਰਕਿਟ 'ਚ ਆਪਣੀ ਜਿੱਤ ਹੋਈ, ਦੁਬਾਰਾ BIA ਦੇ ਵਿੱਚ ਆਇਆ, ਦੁਬਾਰਾ ਇਮੀਗ੍ਰੇਸ਼ਨ ਕੋਰਟ 'ਚ ਆਇਆ। ਸੋ ਬੰਦੇ ਤੁਹਾਨੂੰ ਇਦਾਂ ਦੇ ਵੀ ਦਿਖ ਜਾਣੇ ਆ ਜਿਹੜੇ ਪੂਰੇ ਹਰੇਕ ਮੈਦਾਨ ਦੇ ਵਿੱਚ ਜਿਹੜਾ ਸੀਗਾ ਡਟ ਕੇ ਲੜਾਈ ਕਰਦੇ ਆ। ਬੰਦੇ ਤੁਹਾਨੂੰ ਇਦਾਂ ਦੇ ਵੀ ਮਿਲ ਜਾਣੇ ਆ, ਤਰੀਕ ਤਰੂਕ ਆਈ ਉਹਨੇ ਕਹਿਣਾ ਯਾਰ ਆ ਕੀ ਅਜੱਬ ਜਿਹਾ ਪਾਇਆ ਬੰਦਾ, ਕਿ ਮੇਰੀ ਮਿਸਿੰਗ ਹੋ ਗਿਆ, ਕਾਲ ਨਹੀਂ ਚੱਕਣੀ, ਮਿਸਿੰਗ ਇਨ ਐਕਸ਼ਨ, ਇਨਫੋਰਮੇਸ਼ਨ ਮੰਗਣੀ, ਉਹ ਨਹੀਂ ਦੱਸਣੀ। ਸੋ ਮਿਕਸਡ ਬੈਗ ਆ। ਹੁਣ ਕਈ ਤਰ੍ਹਾਂ ਦੇ ਬੰਦੇ ਆਏ ਆ, ਤੁਹਾਨੂੰ ਵੀ ਪਤਾ ਅਮਰੀਕਾ ਦੇ ਵਿੱਚ। ਤੇ ਆਪਾਂ ਤਾਂ ਹੁਣ ਇਹ ਸਲਾਹ ਮਸ਼ਵਰਾ ਦੇ ਸਕਦੇ ਹਾਂ ਕਿ ਭਾਈ ਉਹ ਕਰੋ। ਬਾਕੀ ਇਹ ਹੈ ਕਿ ਕਈ ਹੁਣ ਭੇਡ ਚਾਲ ਵੀ ਜ਼ਿਆਦਾ ਚੱਲਦੇ ਆ।
ਠੀਕ ਜੀ। ਹੈ, ਵਿੱਚ ਇੰਟਰਪ੍ਰੇਟਰ ਪੈਰਾਲੀਗਲ ਉਹ ਵੀ ਲਾ ਲਓ, ਕਈ ਉਹ ਵੀ ਕਹਾਣੀਕਾਰ ਵੀ ਵਿੱਚ ਤੁਰੇ ਫਿਰਦੇ ਆ, ਸੋ ਕਈ ਸਾਰੀਆਂ ਚੀਜ਼ਾਂ ਹੁੰਦੀਆਂ। ਪਰ ਇਹ ਹੈ ਕਿ ਐਂਡ ਆਫ ਦਾ ਡੇ ਜਦੋਂ ਕੋਰਟ 'ਚ ਜਾ ਕੇ ਆਪ ਗਵਾਹੀ ਦੇਣੀ ਪੈਂਦੀ ਹੈ, ਤਾਂ ਫਿਰ ਉੱਥੇ ਸਾਰਾ ਜਿਹੜਾ ਸੀਗਾ ਭਾਰ ਹਰੇਕ ਉੱਥੇ ਆ ਉਹਨਾਂ ਦੇ ਉੱਤੇ। ਆਉਂਦਾ ਹੈ ਨਾ। ਤੇ ਇਹ ਹੈ ਕਿ ਜਿਹੜੇ ਪਹਿਲਾਂ ਤਿਆਰੀ ਕਰਦੇ ਆ ਆਪਣੇ ਕੇਸ ਦੇ ਵਿੱਚ ਫੋਕਸ ਕਰਦੇ ਆ, ਉਹਨਾਂ ਨੂੰ ਕੋਰਟ ਦੇ ਵਿੱਚ ਸਹੀ ਈਜ਼ੀ ਟਾਈਮ ਹੁੰਦਾ। ਹੁਣ ਦੇਖੋ, ਜੇ ਫੇਲ ਇੱਕ ਬੰਦੇ ਦਾ ਹੋਇਆ, ਉਹਨੇ ਸਾਰਾ ਕੁਝ ਸਹੀ ਕਿਹਾ, ਉਹਦਾ ਫੇਲ ਹੋਇਆ, ਦਾ ਅਪੀਲ ਤੇ ਜਾ ਕੇ ਜਿਹੜੀ ਚਾਂਸ ਹੁੰਦੇ ਆ, ਜੇ ਬੰਦਾ ਆਪਣੇ ਵੱਲੋਂ ਸਹੀ ਸੀਗਾ। ਇੱਕ ਬੰਦਾ ਜੇ ਫੇਲ ਹੋਇਆ, ਉਹਦਾ ਸਿਰ ਨਾ ਕੋਈ ਪੈਰ, ਸਵਾਲ ਕੋਈ ਆਉਂਦਾ, ਜਵਾਬ ਕੋਈ ਦੇਈ ਜਾਂਦਾ ਉਹ, ਤੇ ਉਹਦਾ ਐਂਡ ਆਫ ਦਾ ਡੇ ਸੇਮ ਬੰਦੇ ਆ, ਭਾਵੇਂ ਦੋਨਾਂ ਦਾ ਫੇਲ ਹੋਇਆ, ਇੱਕ ਬੰਦਾ ਜਿੱਤ ਸਕਦਾ, ਇੱਕ ਬੰਦਾ ਜਿਹਦਾ ਬਿਲਕੁਲ ਹੀ ਕੁਛ ਨਹੀਂ ਸੀਗਾ, ਇਨਕੰਸਿਸਟੈਂਟ ਸੀਗਾ ਜਾਂ ਬਿਆਨ ਗਲਤ ਦੇ ਦਿੱਤੇ, ਉਹਦਾ ਅਪੀਲ ਦੇ ਵਿੱਚ ਵੀ ਜਾ ਕੇ ਜਿਹੜਾ ਮੁਸ਼ਕਿਲ ਹੋ ਜਾਂਦਾ। ਸੋ ਬੰਦੇ ਉੱਦਾਂ ਦੇ ਵੀ ਆ ਜਿਹੜੇ ਕਈ ਨਹੀਂ ਕੇਸ ਤੇ ਫੋਕਸ ਕਰਨਾ ਚਾਹੁੰਦੇ, ਟਾਈਮ ਟੂ ਜੋ ਵੀ। ਤੁਸੀਂ ਹੁਣੇ ਮੈਂਸ਼ਨ ਕੀਤਾ ਸੀਗਾ ਵੀ ਕਈ ਅਪੀਲਸ ਦੇ ਵਿੱਚ ਜਿੱਤ ਹੋ ਰਹੀ ਹੈ, ਕਿੱਦਾਂ ਦੀਆਂ ਅਪੀਲਸ ਆ ਜਿਹਦੇ ਵਿੱਚ ਪੋਜ਼ਿਟਿਵ ਰਿਜ਼ਲਟ ਇਸ ਟਾਈਮ ਨਜ਼ਰ ਆ ਰਹੇ ਆ? ਮੋਸਟਲੀ ਜਿੱਥੇ ਜੱਜ ਨੇ ਐਰਰ ਕੀਤੀ ਲਾਅ ਦੀ, ਕਈ ਵਾਰੀ ਜ਼ਿਆਦਾ ਸਟ੍ਰੈਚ ਕਰ ਜਾਂਦੇ ਆ, ਜਿੱਦਾਂ ਕਿ ਬੰਦੇ ਦੇ ਟਾਂਕੇ ਟੁੰਕੇ ਵੀ ਲੱਗੇ ਹੁੰਦੇ, ਤਾਂ ਵੀ ਜੱਜ ਕਹਿ ਦਿੰਦਾ ਕਿ ਨਹੀਂ, ਇਹ ਪਾਸਟ ਪਰਸੀਕਿਊਸ਼ਨ ਨਹੀਂ ਹੈ ਨਾ। ਸੋ ਇਦਾਂ ਦੀ ਚੀਜ਼ਾਂ ਉਹਦੇ ਵਿੱਚ ਜਿੱਤ ਜਿਹੜੀ ਹੋ ਜਾਂਦੀ ਆ। ਤੇ ਜਿਹੜਾ ਹੁਣ ਸੀਗਾ ਇੱਕ CLP ਵਾਲਾ ਮੁੱਦਾ, ਉਹਨੂੰ ਵਿਕੇਟ ਕਰਤਾ ਨੇ, CLP ਕਰਕੇ ਕੇਸ ਜਿਹੜੇ ਡਿਨਾਈ ਕੀਤੇ ਸੀਗੇ, ਉਹਦੇ ਵਿੱਚ ਜਿੱਤ ਹੋ ਰਹੀ ਹੈ। ਤੁਸੀਂ ਹੁਣ ਕਹਿ ਸਕਦੇ ਕਿ ਇਹਦਾ ਰੂਲ ਹੁਣ ਵਿਕੇਟ ਹੋ ਗਿਆ, ਤੇ ਸਿਰਫ CLP ਕਰਕੇ ਮੇਰਾ ਜਿਹੜਾ ਕੀਤਾ ਸੀਗਾ। ਸੋ ਡਿਪੈਂਡ ਕਰਦਾ ਕਿ ਟੈਕਨੀਕਲ ਇਸ਼ੂ ਜਿਹੜੇ ਕੀ ਹੈਗੇ ਆ। ਕਈ ਵਾਰੀ ਜੱਜ ਸਹੀ ਹੁੰਦੇ ਆਪਣੇ ਡਿਸੀਜਨ ਦੇ ਵਿੱਚ, ਬੜੀ ਡਿਟੇਲ ਦੇ ਵਿੱਚ ਉਹਨਾਂ ਨੇ ਲਿਖਿਆ ਹੁੰਦਾ, ਤੇ ਕਈ ਵਾਰੀ ਜਿਹੜੇ ਸੀਗੇ ਜੱਜਾਂ ਨੇ ਕੋਈ ਸਿਰ ਪੈਰ ਨਹੀਂ ਹੁੰਦਾ ਡਿਸੀਜਨ ਦਾ, ਤੇ ਜਿੰਨਾ ਫਿਰ ਮਾੜਾ ਡਿਸੀਜਨ ਹੋਵੇ, ਜਿੰਨਾ ਲੌਜਿਕ ਜੱਜ ਨੇ ਘੱਟ ਵਰਤਿਆ ਹੋਵੇ, ਉਹਨੇ ਚਾਂਸ ਜ਼ਿਆਦਾ ਹੁੰਦੇ ਆ ਜਿੱਤਣ ਦੇ। ਜੀ। ਜੂਨ ਦੇ ਵਿੱਚ ਕਹਿੰਦੇ ਵੀ 5 ਦਿਨਾਂ 'ਚ 10,000 ਬੰਦਾ ਇਹਨਾਂ ਨੇ ਡਿਟੇਨ ਕੀਤਾ ਸੀ। ਆਈਸ ਦੀਆਂ ਜਿਹੜੀਆਂ ਅਰੈਸਟ ਆ ਉਹ ਸਰਜ ਹੋਈਆਂ ਆ। ਆਪਾਂ ਰੀਸੈਂਟਲੀ ਵੀ ਦੇਖਿਆ, ਜਿੱਦਾਂ ਤੁਸੀਂ ਵੀ ਮੈਂਸ਼ਨ ਕੀਤਾ ਵੀ ਹੁਣ ਕਾਫੀ ਮਿਲੀਅਨਸ ਆਫ ਡਾਲਰ ਇਹਨਾਂ ਦੇ ਮਹਿਕਮੇ ਦੇ ਕੋਲ ਹੋਰ ਆ ਜਿਹੜੇ ਉਹ ਰਹੇ ਆ। ਕੀ ਆਪਾਂ ਇਹ ਜਿਹੜੇ ਨੰਬਰਸ ਆ ਹੋਰ ਵੱਧਦੇ ਦੇਖਾਂਗੇ? ਇਹ ਇਸੇ ਤਰੀਕੇ ਦੇ ਨਾਲ ਹੀ ਚੱਲੂਗਾ ਅੱਜ? ਹਾਂਜੀ, ਟੇਬਲ ਤੇ ਹੁਣ ਪੈਸੇ ਪਏ ਹੋਏ ਆ, ਪੈਸੇ ਇਹਨਾਂ ਨੇ ਡਿਸਟ੍ਰੀਬਿਊਟ ਕਰਨੇ ਆ, ਬੰਦੇ ਹਾਇਰ ਕਰਨੇ ਆ, ਤੇ ਉਹਨਾਂ ਨੇ ਕਮਿਸ਼ਨ ਆਪਣੇ ਚੱਕਣੇ ਆ। ਸੋ ਆਜ਼ਾਦੀ 4th of July ਦਾ ਜੋਸ਼ ਸੀਗਾ, ਜਿਹੜਾ 3 ਦਿਨਾਂ 'ਚ ਮੇਰੇ ਖਿਆਲ ਨਾਲ 10,000 ਬੰਦੇ ਫੜ ਲਏ ਸੀ, ਇਦਾਂ ਦੀ ਕੋਈ ਖਬਰ 5 ਦਿਨਾਂ 'ਚ। ਹਾਂਜੀ, ਦੱਸਦੇ ਸੀਗੇ। ਬਸ ਉਹੀ ਆ, ਜਿਹੜਾ ਦਿਹਾੜੀਦਾਰ ਬੰਦਾ ਉਹਨੂੰ ਤੰਗ ਕਰਨਾ ਲਿਆ ਇਹਨਾਂ ਨੇ, ਹੋਰ ਤਾਂ ਕੀ। 15,000 ਜ਼ਿਆਦਾ ਏਦਾਂ ਨਾ, 15,000 ਕ੍ਰਿਮੀਨਲ ਫੜੋ ਫੇਰ ਆ। ਹੁਣ ਕ੍ਰਿਮੀਨਲ ਤਾਂ ਫੜਦੇ ਆ 10-15, ਤੇ 15,000 ਫੜ ਲੈਂਦੇ ਆ, ਤੇ ਕਹਾਣੀ ਜ਼ਿਆਦਾ ਜਿਹੜੀ ਦੂਜਿਆਂ ਦੀ ਦੱਸਦੇ ਆ ਕਿ ਕ੍ਰਿਮੀਨਲ ਫੜ ਲਏ ਸਾਰੇ। ਸੋ ਜਿਹੜੀ ਸੀ ਤੁਹਾਨੂੰ ਪਤਾ, ਮੀਡੀਆ ਪਬਲਿਸਿਟੀ ਲਈ ਵੀ, ਕਿ ਸਾਰੇ ਹੁਣ ਮੈਂ ਕਿਹਾ ਹੁਣ ਜਿਹੜੇ ਮਿਹਨਤ ਵਾਲੇ ਇਮੀਗ੍ਰੈਂਟ ਆ, ਉਹਨਾਂ ਨੂੰ ਫੜਨਾ ਸੌਖਾ, ਕੋਈ ਹੋਮ ਡਿਪੋ ਤੋਂ, ਕੋਈ ਕਾਰ ਵਾਸ਼ ਤੋਂ, ਕੋਈ ਕਿਤੋਂ, ਤੇ ਉਹੀ ਚੀਜ਼ ਹੋ ਰਹੀ ਹੈ। 10,000 15,000 ਦੇਖ ਲਓ, 3 ਦਿਨਾਂ 'ਚ ਫੜ ਲਏ, ਤਾਂ ਕੋਈ ਐਡਾ ਔਖਾ ਕੰਮ ਤਾਂ ਹੈ ਨਹੀਂ ਇਹਨਾਂ ਦੀ। ਹੁਣ ਬੰਦੇ ਨੇ ਘਰੇ ਤਾਂ ਨਹੀਂ ਬੈਠੇ ਰਹਿਣਾ, ਉਹਨੇ ਵੀ ਤਾਂ ਕੰਮ ਕਰਨਾ ਹੀ ਆਪਣਾ। ਐਗਜ਼ੈਕਟਲੀ। ਆਹੋ, ਸਹੀ ਗੱਲ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾਲ ਦੇ ਨਾਲ ਆ। EB ਜਿਹੜੀਆਂ ਕੈਟੇਗਰੀਜ਼ ਆ, ਉਹਦੇ ਵਿੱਚ ਇਹ ਖਬਰ ਆ ਰਹੀ ਹੈ ਵੀ ਰੈਟਰੋਗ੍ਰੈਸ ਹੋ ਰਹੀਆਂ। ਇਹਦਾ ਕੀ ਮਤਲਬ ਹੁੰਦਾ ਹੈ? ਵੀ ਪਿੱਛੇ ਨੂੰ ਜਾ ਰਿਹਾ ਜਾਂ ਵਕਤ ਉਹਦੇ ਵਿੱਚ ਕੀ ਹੋ ਰਿਹਾ ਮਤਲਬ ਹੁੰਦਾ? ਰੈਟਰੋਗ੍ਰੈਸ ਦਾ ਮਤਲਬ ਇਹ ਹੁੰਦਾ ਕਿ ਜਦੋਂ ਜਿਹੜੇ ਗ੍ਰੀਨ ਕਾਰਡ ਹੁੰਦੇ ਆ, ਉਹ ਵੀਜ਼ਾ ਬੁਲੇਟਿਨ ਦੇ ਹਿਸਾਬ ਨਾਲ ਚੱਲਦੇ, ਜਿੱਦਾਂ ਫੈਮਿਲੀ ਬੇਸਡ ਵਾਲੇ ਚੱਲਦੇ ਆ, ਜਿਹਦੇ ਲੋਕੀ ਸਵਾਲ ਪੁੱਛਦੇ ਆ ਕਿਹੜੀ ਡੇਟ ਚੱਲਦੀ ਆ। ਆਪਾਂ ਕਹਿੰਦੇ ਜਨਵਰੀ 2006 ਚੱਲਦੀ ਆ, 2007 ਹੋ ਗਈ। ਯੂ ਵੀਜ਼ੇ ਦਾ ਵੀ SIJ ਵਾਲੇ ਜਿਹੜੇ ਗਾਰਡੀਅਨਸ਼ਿਪ ਵਾਲੇ, ਉਹ ਵੀ ਪੁੱਛਦੇ ਆ ਕਿ ਕੀ ਡੇਟ ਚੱਲਦੀ ਆ। ਰਿਲੀਜੀਅਸ ਵਰਕਰ ਵਾਲੇ ਵੀ ਸੇਮ ਚੀਜ਼ ਜਿਹੜੀ ਪੁੱਛਦੇ ਆ, ਤੇ ਜਿਹੜਾ ਗ੍ਰੀਨ ਕਾਰਡ ਹੋਲਡਰ ਨਾਲ ਵਿਆਹ ਕਰਾਇਆ ਹੁੰਦਾ, ਉਹ ਵੀ ਸੇਮ ਚੀਜ਼ ਪੁੱਛਦੇ ਆ ਕਿ F2A ਦਾ ਕੀ ਨੰਬਰ ਜਿਹੜੇ ਚੱਲਦੇ ਆ। ਸੋ ਜਦੋਂ ਇਹ ਡੇਟ ਕਰੰਟ ਹੁੰਦੀ ਆ, ਤਾਂ ਤੁਸੀਂ ਵੀਜ਼ਾ ਫਾਈਲ ਕਰ ਸਕਦੇ ਆ। ਰੈਟਰੋਗ੍ਰੈਸ ਦਾ ਮਤਲਬ ਇਹ ਹੁੰਦਾ ਕਿ ਡੇਟ ਬੈਕਲੌਗ ਹੋ ਗਈ, ਕਿ ਮਤਲਬ 2 ਸਾਲ ਪਿੱਛੇ ਚਲੀ ਗਈ, ਡੇਟ ਚੇਂਜ ਕਰ ਦਿੰਦੇ ਆ ਵੀਜ਼ਾ ਬੁਲੇਟਿਨ ਤੇ, ਉਹਨੂੰ ਰੈਟਰੋਗ੍ਰੈਸ਼ਨ ਕਹਿੰਦੇ ਆ। ਤੇ ਅਕਤੂਬਰ ਦੇ ਵਿੱਚ ਹਰ ਸਾਲ 'ਚ ਜਿਹੜਾ ਨਵਾਂ ਇਹਨਾਂ ਦਾ ਸਾਲ ਸ਼ੁਰੂ ਹੁੰਦਾ ਇਮੀਗ੍ਰੇਸ਼ਨ ਵਾਲਿਆਂ ਦਾ, ਫਿਜ਼ੀਕਲ ਈਅਰ ਜਿਹੜਾ ਇਹਨਾਂ ਦਾ 1 ਅਕਤੂਬਰ ਤੋਂ ਸ਼ੁਰੂ ਹੁੰਦਾ ਜੀ। ਇਹਦਾ ਪਤਾ ਹੁੰਦਾ ਕਿ 1 ਅਕਤੂਬਰ ਨੂੰ ਨਵੇਂ ਇਹਨਾਂ ਦੇ ਜਿਹੜੇ ਸੀਗੇ ਵੀਜ਼ੇ, ਉਹ ਵੀ ਨਿਕਲਣੇ ਆ, ਐਡ ਹੋਣੇ ਆ। ਤੇ ਉਹਦੇ ਕਰਕੇ ਜਿਹੜਾ ਸੀਗਾ ਜ਼ਿਆਦਾਤਰ ਅਕਤੂਬਰ ਨਵੰਬਰ ਦੇ ਵਿੱਚ ਥੋੜੀ ਜਿਹੀ ਜਿਹੜੀ ਸੀਗੀ ਵੀਜ਼ਾ ਬੁਲੇਟਿਨ ਨੂੰ ਜੰਪ ਜਿਹੜੀ ਇੱਕ ਮਿਲ ਜਾਂਦੀ ਆ। ਠੀਕ ਹੈ। ਇਹ ਸਾਰੀਆਂ ਚੀਜ਼ਾਂ ਦੇ ਵਿੱਚ ਆ। ਤੇ ਅਟਰਨੀ ਟੇਡ ਕਹਿਣਾ ਜੀ, ਜਿਹੜੇ ਦੂਜੇ ਕੇਸਾਂ ਦੇ ਬਾਰੇ ਜੇ ਤੁਹਾਡੇ ਕੋਈ ਕਲਾਇੰਟਸ ਉਹਨਾਂ ਨੇ ਦੱਸਿਆ, ਜਿਹੜੇ ਇੰਡੀਆ ਦੇ ਵਿੱਚ ਵੱਖ-ਵੱਖ ਫੈਮਿਲੀ ਵੀਜ਼ਾ ਕੈਟੇਗਰੀਜ਼, ਜੇ ਕਿਸੇ ਦੀਆਂ ਇੰਟਰਵਿਊਜ਼ ਹੋ ਰਹੀਆਂ ਆ, ਕਿਵੇਂ ਇੰਟਰਵਿਊਜ਼ ਕਿਵੇਂ ਆ, ਉਹ ਡਿਲੇ ਤਾਂ ਨਹੀਂ ਆ ਰਿਹਾ ਜਿੱਦਾਂ ਇਹਨਾਂ ਨੇ ਵੈਟਿੰਗ ਵੂਟਿੰਗ ਦਾ ਹੁਣ ਕਾਫੀ ਜ਼ਿਆਦਾ ਆਖਿਆ ਸੀਗਾ? ਉਹ ਉੱਥੋਂ ਕੀ ਸਿਚੁਏਸ਼ਨ ਦਾ ਪਤਾ ਲੱਗ ਰਿਹਾ ਹੈ ਇਸ ਟਾਈਮ ਉੱਥੇ? ਨਹੀਂ, ਹਾਂਜੀ ਦੇਖੋ, ਡਿਲੇ ਤਾਂ ਥੋੜਾ ਜਿਹਾ ਹੈਗਾ, ਪਰ ਹਾਂਜੀ ਹੋ ਰਹੇ ਨੇ ਵੀਜ਼ੇ ਵੂਜ਼ੇ ਸਾਰੇ, ਕਿਉਂਕਿ ਫੈਮਿਲੀ ਬੇਸਡ ਵਾਲਾ ਤਾਂ ਸਿੱਧੇ ਜਿਹੜਾ ਸਟ੍ਰੇਟ ਫਾਰਵਰਡ ਜਿਹੜੀ ਚੀਜ਼ ਸੀ, ਫੈਮਿਲੀ ਬੇਸ ਦੇ ਵਿੱਚ ਐਡੀ ਕੋਈ ਕੰਪਲਿਕੇਸ਼ਨ ਨਹੀਂ ਹੁੰਦੀ। ਠੀਕ ਹੈ। ਤੇ ਕੈਲੀਫੋਰਨੀਆ 'ਚ ਕਹਿੰਦੇ 2 ਵੱਡੀਆਂ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਲੱਗੇ ਆ ਖਰੀਦਣ।
ਉਹ ਵੀ ਕੋਈ ਛੋਟੇ ਮੋਟੇ ਨਹੀਂ, $1.5 ਬਿਲੀਅਨ ਦੇ ਕੈਲੀਫੋਰਨੀਆ ਸਿਟੀ ਤੇ ਓਟਾ ਮੈਸਾ ਦੇ ਵਿੱਚ। ਇੱਕ ਪਾਸੇ ਤਾਂ ਜਿਹੜੇ ਪਹਿਲਾਂ ਇਹਨਾਂ ਨੇ ਵੇਅਰ ਹਾਊਸ ਖਰੀਦੇ ਸੀ ਉਹ ਹੁਣ ਵੇਚਣ ਲੱਗੇ ਹੋਏ ਸੀਗੇ, ਤੇ ਕੈਲੀਫੋਰਨੀਆ 'ਚ $1.5 ਬਿਲੀਅਨ ਦੇ ਦੋ ਫੈਸਿਲਿਟੀਜ਼ ਜਿਹੜੀਆਂ ਉਹ ਖਰੀਦਣ ਲੱਗੇ ਹੋਏ। ਜਿਹੜਾ ਵੇਚ ਰਿਹਾ ਉਹਨੂੰ ਵੀ ਫਾਇਦਾ ਲੱਗਦਾ ਮੈਨੂੰ, ਬਾਕੀ ਤਾਂ ਮੈਨੂੰ ਲੱਗਦਾ ਨਹੀਂ ਕਿ ਟੈਕਸ ਪੇਅਰ ਨੂੰ ਕੋਈ ਫਾਇਦਾ ਜਾਂ ਇਮੀਗ੍ਰੈਂਟਾਂ ਨੂੰ ਕੋਈ ਫਾਇਦਾ ਇਹਦੇ ਵਿੱਚ। ਸੋ ਇਸ ਹਿਸਾਬ ਦੇ ਨਾਲ ਆ ਹੁਣ $170 ਬਿਲੀਅਨ ਹੈਗੇ ਕਿਤੇ ਤਾਂ ਵਰਤਣੇ ਆ ਨਾ, ਉਹ ਗੱਲ ਹੋਈ ਪਈ ਆ। ਟੂ ਮਚ ਮਨੀ ਜਿਹੜੀ ਆ ਵਨ ਬਿਗ ਬਿਊਟੀਫੁਲ ਬਿੱਲ ਦੇ ਨਾਲ ਇਹਨਾਂ ਨੂੰ ਜਿਹੜੀ ਮਿਲੀ ਸੀ। ਇਹਨਾਂ ਲਈ ਤਾਂ ਬਿਊਟੀਫੁਲ ਆ ਕੰਮ, ਦੂਜਿਆਂ ਦੇ ਲਈ ਕੰਮ ਔਖਾ ਇਸ ਦੇ ਵਿੱਚ ਹੋਇਆ ਪਿਆ ਹੈ। ਜਿਹੜੀ ਤਾਂ ਟੈਕਸ ਪੇਅਰ ਮਨੀ ਹੈ, ਐਂਡ ਆਫ ਦਾ ਡੇ ਲੋਕਾਂ ਨੇ ਦੇਣਾ, ਸਰਕਾਰ ਨੇ ਕਿਹੜਾ ਆਪਣੀ ਜੇਬ 'ਚ ਦੇਣਾ, ਜੋ ਮਰਜ਼ੀ ਕਹਿ ਲਓ, ਭਾਵੇਂ ਕਿਹਦੀ ਜੇਬ 'ਚ ਜਾਂਦਾ। ਇਹ ਪੈਸਾ ਜਿਹੜਾ ਸਕੂਲਾਂ ਦੇ ਕਈ ਚੀਜ਼ਾਂ ਤੇ, ਵਧੀਆ ਚੀਜ਼ਾਂ ਤੇ ਲੱਗ ਸਕਦਾ, ਸੜਕਾਂ ਤੇ ਲੱਗ ਸਕਦਾ, ਪਰ ਦੇਖ ਢਾਂਚੇ ਵੀ ਹੁਣ ਕਈ ਜਗ੍ਹਾ ਇਹਨਾਂ ਦੇ ਕਿੱਦਾਂ ਖੱਚੜ ਸ਼ਹਿਰ ਹੋਏ ਪਏ ਆ ਅਮਰੀਕਾ ਦੇ। ਕਈ ਤਾਂ ਸੜਕਾਂ ਏਦਾਂ ਦੀਆਂ ਲੱਗਦੀਆਂ ਵੀ ਨਹੀਂ ਕਿ ਫਸਟ ਵਰਲਡ ਹੈਗਾ, ਮਤਲਬ ਟੁੱਟੀਆਂ ਹੋਈਆਂ ਸਾਰੀਆਂ, ਮਤਲਬ ਵੀ। ਤੇ ਮੈਂ ਕਿਹਾ ਹੁਣ ਉਹ ਵੀ ਇਨਫਰਾਸਟ੍ਰਕਚਰ ਵੱਲ ਵੀ ਲਾ ਸਕਦੇ ਸੀਗੇ, ਪਰ ਨਹੀਂ ਲਾਏ, ਇੱਧਰ ਨੂੰ ਇਮੀਗ੍ਰੇਸ਼ਨ ਦੇ ਦੁਆਲੇ ਹੋਏ। ਨਹੀਂ ਬਿਲਕੁਲ। ਤੇ ਟੰਨੀ ਟੇਕ ਕਹਿਣਾ ਜੀ, ਜਾਂਦੇ ਜੇ ਆਪਣੇ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਜੇ ਤੁਸੀਂ ਹੋਰ ਕੁਝ ਨਾਲ ਦੱਸਣਾ ਚਾਹੁੰਦੇ, ਕਹਿਣਾ ਚਾਹੁੰਦੇ? ਬਸ ਇਹੀ ਆਪਣਾ ਕੇਸ ਤੇ ਮਿਹਨਤ ਕਰੋ, ਹਨਾ। ਤੇ ਵਿੱਚ ਜਿਹੜਾ ਸੀਗਾ ਵਧੀਆ ਜੱਜ ਵੀ ਹੈਗੇ ਨੇ, ਤੇ ਜਿਹੜੇ ਮਾੜੇ ਜੱਜ ਵੀ ਆ, ਜੇ ਕੇਸ ਫੇਲ ਹੁੰਦਾ ਤਾਂ ਅਪੀਲ ਦੇ ਉੱਤੇ ਜਾ ਕੇ ਤੁਹਾਡਾ ਜਿਹੜਾ ਚਾਂਸ ਹੁੰਦਾ, ਸੋ ਇਹ ਹੈ ਕਿ ਹਿੰਮਤ ਨਾ ਛੱਡੋ, ਆਪਣਾ ਜਿਹੜਾ ਸੀਗਾ ਡਟੇ ਰਹੋ। ਤੇ ਉਹਦੇ ਵਿੱਚ ਹੀ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਬੰਦਾ ਡਟਿਆ ਉਹਨੂੰ ਸਕਸੈਸ ਮਿਲਦੀ ਆ, ਤੇ ਜਿਹੜਾ ਪਹਿਲਾਂ ਹੀ ਉਸ ਮਾਈਂਡ ਸੈਟ ਨਾਲ ਜਾ ਰਿਹਾ ਕਿ ਨਹੀਂ ਫੇਲ ਹੀ ਕਰਨਾ ਕੇਸ, ਤੇ ਮੈਨੂੰ ਕੁਝ ਕਰਨ ਦੀ ਲੋੜ ਨਹੀਂ ਹੈਗੀ, ਤੇ ਉਹਦਾ ਫਿਰ ਫੇਲ ਹੀ ਕਰਦਾ ਵਾ। ਜੀ ਥੈਂਕ ਯੂ ਟੰਨੀ ਟੇਕ ਕਹਿਣਾ ਜੀ, ਬੜੀ ਮਿਹਰਬਾਨੀ। ਮਿਲਦੇ ਆਪਾਂ ਨੈਕਸਟ ਟਾਈਮ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ।